ਦ ਵੇ ਫਾਰਵਰਡ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅਸੀਂ ਅਫਗਾਨਿਸਤਾਨ ਵਿੱਚ ਪਿਛਲੇ ਕੁਝ ਸਮੇਂ ਵਿੱਚ ਇੱਕ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਰਾਜਨੀਤਿਕ ਉਥਲ-ਪੁਥਲ ਦੇਖੀ ਹੈ। ਇਸ ਉਥਲ-ਪੁਥਲ ਦਾ ਅਸਰ ਉੱਥੇ ਦੀ ਮਾਈਨੋਰਿਟੀਜ਼ ਸਪੈਸ਼ਲੀ ਹਿੰਦੂ ਤੇ ਸਿੱਖ ਕਮਿਊਨਿਟੀਜ਼ ਤੇ ਐਸਾ ਨਜ਼ਰ ਆਇਆ ਹੈ ਕਿ ਕਈ ਲੋਕ ਇੱਦਾਂ ਕਹਿ ਰਹੇ ਹਨ ਕਿ ਸ਼ਾਇਦ ਸਿੱਖਾਂ ਦਾ ਰਿਸ਼ਤਾ ਅਫਗਾਨਿਸਤਾਨ ਨਾਲ ਜੋ ਕਿ ਪਿਛਲੇ ਕਈ 100 ਸਾਲਾਂ ਦਾ ਹੈ ਉਹ ਹਮੇਸ਼ਾ ਲਈ ਟੁੱਟ ਜਾਏ। ਬਟ ਕਈ ਲੋਕ ਕਹਿੰਦੇ ਹਨ ਕਿ ਇਹ ਰਿਸ਼ਤਾ ਇੰਨਾ ਗੂੜਾ ਹੈ ਕਿ ਉਹ ਇੰਨਾ ਸੌਖਾ ਟੁੱਟ ਨਹੀਂ ਸਕਦਾ। ਅੱਜ ਅਸੀਂ ਇਸ ਰਿਸ਼ਤੇ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਆਪਣੇ ਹਰਚਰਨ ਸਿੰਘ ਗੁਲਾਟੀ ਮੁਸਾਫਿਰ ਜੀ ਨੇ ਇੱਕ ਕਿਤਾਬ ਲਿਖੀ ਹੈ ਅਫਗਾਨ ਸਿੱਖ ਅਤੇ ਅਫਗਾਨਿਸਤਾਨ। ਇਹਨਾਂ ਨੇ ਕਈ ਸਾਲਾਂ ਦੀ ਕਈ ਦਹਾਕਿਆਂ ਦੀ ਰਿਸਰਚ ਦੇ ਬਾਅਦ ਕਿਤਾਬ ਲਿਖੀ ਹੈ ਔਰ ਬੜੇ ਹਿਸਟੋਰੀਕਲੀ ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਸਿੱਖਾਂ ਦਾ ਜੋ ਰਿਲੇਸ਼ਨ ਹੈਗਾ ਅਫਗਾਨਿਸਤਾਨ ਉਸ ਨੂੰ ਬਿਆਨ ਕੀਤਾ ਹੈ। ਅੱਜ ਅਸੀਂ ਖੁਸ਼ਨਸੀਬ ਹਾਂ, ਅੱਜ ਸਟੂਡੀਓ ਵਿੱਚ ਸਰਦਾਰ ਹਰਚਰਨ ਸਿੰਘ ਜੀ ਆਪ ਹਾਜ਼ਰ ਹਨ। ਹਰਚਰਨ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ, ਤੁਹਾਡਾ ਬਹੁਤ-ਬਹੁਤ। ਮੈਂ ਆਪ ਸਾਰੇ ਜਸ ਪੰਜਾਬੀ ਅਤੇ ਜਿੰਨੇ ਵੀ ਕਾਰਕੁਨ ਨੇ ਪੈਨੀ ਜੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਅੱਜ ਮੈਨੂੰ ਸਟੂਡੀਓ ਵਿੱਚ ਬੁਲਾ ਕੇ ਅਫਗਾਨਿਸਤਾਨ ਦੀ ਹਿਸਟਰੀ ਅਤੇ ਖਾਸ ਕਰਕੇ ਅਫਗਾਨਿਸਤਾਨ ਵਿੱਚ ਜੋ ਉੱਥੇ ਹਿੰਦੂ ਸਿੱਖ ਰਹਿੰਦੇ ਸਨ ਜੀ ਉਹਨਾਂ ਦੇ ਬਾਰੇ ਤੁਸੀਂ ਆਪ ਜਾਣਕਾਰੀ ਲਓਗੇ। ਅਤੇ ਮੈਂ ਕਿਤਾਬ ਤਕਰੀਬਨ ਕਈ ਸਾਲਾਂ ਤੋਂ ਮਿਹਨਤ ਕੀਤੀ ਉੱਤੇ, ਪਰ ਹੁਣ ਜਦੋਂ ਕਰੋਨਾ ਵਾਇਰਸ ਕਰਕੇ ਮੈਨੂੰ ਮੌਕਾ ਮਿਲ ਗਿਆ ਜੀ ਕਿ ਮੈਂ ਇਹ ਪਬਲਿਸ਼ ਕਰਾਂ। ਭਾਵੇਂ ਮੈਂ ਆਪ ਇੰਡੀਆ 'ਚ ਨਹੀਂ ਜਾ ਸਕਿਆ, ਪਰ ਮੇਰੇ ਜਿਹੜੇ ਫਰੈਂਡ ਸੀ, ਦੋਸਤ ਸੀ, ਉਹਨਾਂ ਦੇ ਥਰੂ ਇਹ ਸਾਰੀ ਪਬਲਿਸ਼ ਕਰਾਈ ਹੋਈ ਹੈ ਅਤੇ ਸੰਗਤਾਂ ਦੇ ਸਾਹਮਣੇ ਰੱਖੀ ਹੈ। ਜੋ 9 ਮਈ ਨੂੰ 2021 ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਹੱਥ-ਕਮਲਾਂ ਨਾਲ ਗੁਰੂ ਨਾਨਕ ਦਰਬਾਰ ਵਿਖੇ, ਗੁਰੂ ਨਾਨਕ ਦਰਬਾਰ ਐਕਸਪਲ ਵਿਖੇ ਇਹ ਰਿਲੀਜ਼ ਕੀਤੀ ਗਈ। ਜੀ ਹਰਚਰਨ ਸਿੰਘ ਜੀ, ਇਹ ਬਹੁਤ ਸੋਹਣੀ ਡਾਕੂਮੈਂਟੇਸ਼ਨ ਹੈ। ਤੁਸੀਂ ਹਿਸਟੋਰੀਕਲ ਪਰਸਪੈਕਟਿਵ, ਅਫਗਾਨਿਸਤਾਨ ਦੀ ਥੋੜ੍ਹੀ ਹਿਸਟਰੀ, ਸਿੱਖਾਂ ਦਾ ਉਸਦੇ ਨਾਲ ਕੀ ਰਿਸ਼ਤਾ ਹੈਗਾ ਔਰ ਕੀ ਉੱਥੇ ਦੇ ਹਾਲਾਤ ਇਸ ਵੇਲੇ ਹੈਗੇ, ਇਸ ਨੂੰ ਬੜੇ ਸੋਹਣੇ ਤਰੀਕੇ ਨਾਲ ਤੁਸੀਂ ਇਸ ਕਿਤਾਬ ਵਿੱਚ ਦਰਸਾਇਆ ਹੈ। ਮੈਂ ਸਾਡੇ ਵਿਊਅਰਸ ਦੀ ਨੌਲੇਜ ਲਈ ਤੁਹਾਡੇ ਤੋਂ ਅੱਜ ਇੱਥੇ ਹਾਜ਼ਰ ਹੋਣ ਦਾ ਫਾਇਦਾ ਚੱਕਦੇ ਹੋਇਆ ਤੁਹਾਨੂੰ ਇਹ ਪੁੱਛਣਾ ਚਾਹਾਂਗਾ, ਤੁਸੀਂ ਸਾਨੂੰ ਦੱਸ ਸਕਦੇ ਹੋ ਟੂ ਬਿਗਿਨ ਵਿਦ ਕਿ ਸਿੱਖਾਂ ਦਾ ਕਿੰਨਾ ਕੁਝ ਪੁਰਾਣਾ ਰਿਸ਼ਤਾ ਹੈਗਾ ਅਫਗਾਨਿਸਤਾਨ ਨਾਲ? ਅਫਗਾਨਿਸਤਾਨ ਵਿੱਚ ਇਸ ਤਰ੍ਹਾਂ ਕਿ ਜੇ ਅਫਗਾਨਿਸਤਾਨ ਦੀ ਹਿਸਟਰੀ ਦੇਖੀ ਜਾਏ ਜੀ ਤਾਂ ਉਹ ਤਕਰੀਬਨ 50,000 ਸਾਲ ਤੋਂ ਜਿਹੜਾ ਉੱਥੇ ਸਿੱਖਾਂ ਤੋਂ ਵੀ ਪਹਿਲੇ ਜੀ ਜੋ ਆਰੀਅਨ ਲੋਕ ਵਸਦੇ ਸਨ। ਸ਼ੁਰੂ ਤੋਂ ਅਫਗਾਨਿਸਤਾਨ ਦਾ ਨਾਂ ਬਾਖਤਰੀਆ ਸੀ, ਫਿਰ ਆਰੀਆਨਾ ਪੜਿਆ। ਅਤੇ ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਅਫਗਾਨਿਸਤਾਨ ਦੀ ਫੇਰੀ 'ਤੇ ਆਏ ਸਨ ਜੀ, ਅਤੇ ਉਹਨਾਂ ਨੇ 520 ਈਸਵੀ ਦੇ ਵਿਚਕਾਰ ਅਫਗਾਨਿਸਤਾਨ ਵਿੱਚ ਜਦੋਂ ਬਗਦਾਦ ਤੋਂ ਹੋ ਕੇ ਸ਼ਹਿਰ ਦੁਸ਼ੰਬਾ, ਰਸ਼ੀਆ, ਉਸ ਵੇਲੇ ਰਸ਼ੀਆ ਕਹਿੰਦੇ ਆ, ਪਰ ਉੱਥੇ ਉਜ਼ਬੇਕਿਸਤਾਨ ਵਗੈਰਾ ਉੱਥੇ ਹੋ ਕੇ ਅਫਗਾਨਿਸਤਾਨ ਵਿੱਚ ਆਏ ਸਨ ਜੀ। ਤਾਂ ਉਸ ਟਾਈਮ ਵੀ ਅਫਗਾਨਿਸਤਾਨ ਵਿੱਚ ਜਿਹੜੇ ਕਿ ਗੁਰੂ ਨਾਨਕ ਨਾਮ ਲੇਵਾ ਕਹਿ ਦਈਏ, ਜਿਹੜੇ ਕਿ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਮੰਨਦੇ ਸਨ ਔਰ ਉਹ ਗੈਰ ਮੁਸਲਿਮ ਸਨ ਜੀ। ਅਤੇ ਉਹ ਜਦੋਂ ਗੁਰੂ ਨਾਨਕ ਜੀ ਉੱਥੇ ਆਏ ਤਾਂ ਉਸ ਸਮੇਂ ਤੋਂ ਵੀ ਅਫਗਾਨਿਸਤਾਨ ਵਿੱਚ ਜੇ ਦੇਖਿਆ ਜਾਏ, ਅਫਗਾਨਿਸਤਾਨ ਦੇ ਸਿਰਫ ਕਾਬਲ ਨਹੀਂ ਬਲਕਿ ਕਈ ਸੂਬਿਆਂ ਵਿੱਚ ਸਾਡੇ ਜਿਹੜੇ ਗੁਰੂ ਨਾਨਕ ਨਾਮ ਲੇਵਾ ਨੇ ਉੱਥੇ ਰਹਿੰਦੇ ਸਨ ਜੀ। ਜੇ ਮੈਨੂੰ ਆਪ ਨੂੰ ਕੁਐਸਚਨ ਕਰੇ, ਜਿਸ ਤਰ੍ਹਾਂ ਕਿ ਮੇਰਾ ਨਾਂ ਹਰਚਰਨ ਸਿੰਘ ਗੁਲਾਟੀ, ਜਿਸ ਨੂੰ ਮੁਸਾਫਰ ਹੀ ਕਹਿੰਦੇ ਨੇ ਜੀ, ਅਤੇ ਮੇਰੇ ਪਿਤਾ ਜੀ ਸਰਦਾਰ ਸੰਤ ਸਿੰਘ, ਉਸ ਤੋਂ ਬਾਅਦ ਸਰਦਾਰ ਧਰਮ ਸਿੰਘ ਜੀ, ਅਤੇ 3-4 ਪੁਸ਼ਤਾਂ ਜਿਸ ਤੱਕ ਕਿ ਸਾਨੂੰ ਨੌਲੇਜ ਹੈ, ਇਹ ਸਾਰੇ ਅਫਗਾਨਿਸਤਾਨ ਦੇ ਉੱਤਰ ਵਿੱਚ ਰਹਿੰਦੇ ਸਨ ਜੀ। ਅਤੇ ਉੱਤਰ ਵਿੱਚੋਂ ਫਿਰ ਅਸੀਂ ਤਕਰੀਬਨ 70 ਸਾਲ ਪਹਿਲੇ ਸਾਡੇ ਪਿਤਾ ਜੀ ਨੇ ਉੱਤਰ ਤੋਂ ਮੂਵ ਕਰਕੇ ਕਾਬੁਲ ਦੇ ਵਿਚਕਾਰ ਅਸੀਂ ਰਹਿਣਾ ਕੀਤਾ ਜੀ। ਤੁਹਾਡਾ ਆਪਣਾ ਜਨਮ ਅਫਗਾਨਿਸਤਾਨ ਦਾ ਹੈ ਔਰ ਨਾ ਸਿਰਫ ਤੁਹਾਡਾ ਆਪਣਾ ਜਨਮ, ਤੁਹਾਡੀ 4 ਪੁਸ਼ਤਾਂ ਅਫਗਾਨਿਸਤਾਨ ਵਿੱਚ ਵਸਦੀਆਂ ਨੇ ਜੀ ਜੀ। ਅਤੇ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਕਿ ਜਿਹੜਾ ਇੱਕ ਜਗ੍ਹਾ ਕੁਤਬੇ ਮੀਨਾਰ ਜੀ, ਜਿਹੜਾ ਕੁਤਬੇ ਮੀਨਾਰ ਹੈ ਇੰਡੀਆ ਵਿੱਚ ਬਣਿਆ ਹੈ, ਇਹ ਕੁਤਬੁਦੀਨ ਹੈਬਕ ਦਾ ਬਣਿਆ ਹੈ ਜੀ। ਕੁਤਬ ਮੀਨਾਰ, ਕੁਤਬੇ ਮੀਨਾਰ, ਕੁਤਬੁਦੀਨ ਹੈਬਕ। ਅਤੇ ਉਹ ਹੈਬਕ ਹੈ ਜਿੱਥੇ ਕਿ ਮੇਰੇ ਦਾਦਾ ਪੜਦਾਦਾ ਰਹਿੰਦੇ ਸਨ। ਅੱਛਾ ਜੀ, ਅੱਛਾ ਜੀ।
ਤੇ ਉਹ ਕਈ ਸਾਲਾਂ ਤੋਂ ਪਹਿਲੇ ਉੱਥੇ ਰਹਿੰਦੇ ਸਨ, ਫਿਰ ਬਾਅਦ ਵਿੱਚ ਕਾਬਲ ਵਿੱਚ ਮੂਵ ਹੋ ਗਏ। ਇਸੇ ਤਰ੍ਹਾਂ ਅਫਗਾਨਿਸਤਾਨ ਦੇ ਤਕਰੀਬਨ ਹੁਣ ਤਾਂ 34 ਸੂਬੇ ਨੇ, ਪਰ ਉਸ 34 ਸੂਬਿਆਂ 'ਚੋਂ 20 ਸੂਬਿਆਂ ਦੇ ਵਿਚਕਾਰ ਉੱਥੇ ਜਿਹੜੇ ਸਾਰੇ ਹਿੰਦੂ ਸਿੱਖ ਦੋਨੋਂ ਬਰਾਦਰੀਆਂ ਹਰ ਸੂਬੇ ਦੇ ਵਿਚਕਾਰ ਰਹਿੰਦੀਆਂ ਸਨ। ਜੀ ਔਰ ਇਹਦਾ ਕੁਝ ਅਸੀਂ ਦੱਸ ਨਹੀਂ ਸਕਦੇ ਕਿ ਇਹ 1000 ਸਾਲ ਹੈ 2000 ਸਾਲ ਤੋਂ, ਕਿਉਂਕਿ ਤਕਰੀਬਨ ਇਸਲਾਮ ਦੇ ਆਉਣ ਤੋਂ ਪਹਿਲੇ ਵੀ ਜੋ ਅਫਗਾਨਿਸਤਾਨ ਦਾ ਧਰਮ ਕਹਿ ਦਈਏ, ਸ਼ੁਰੂ ਤੋਂ ਬੁੱਧ ਧਰਮ ਸੀਗਾ। ਉਸ ਤੋਂ ਪਹਿਲੇ ਜ਼ਰਦਾਸ਼ਤ, ਜਿਸ ਨੂੰ ਕਿ ਅਸੀਂ ਜਿਹੜੇ ਅੱਗ ਨੂੰ ਮੰਨਦੇ ਨੇ, ਉਹ ਸੀਗਾ। ਤੇ ਫਿਰ ਬੁੱਧ ਧਰਮ ਤੋਂ ਬਾਅਦ ਹਿੰਦੂ ਧਰਮ ਉੱਥੇ ਆਇਆ, ਤੇ ਹਿੰਦੂ ਤੋਂ ਬਾਅਦ ਫਿਰ ਤਕਰੀਬਨ 700-800 ਸਾਲ ਪਹਿਲੇ ਜੋ ਇਸਲਾਮ ਨੇ ਪ੍ਰਵੇਸ਼ ਕੀਤਾ ਅਫਗਾਨਿਸਤਾਨ ਵਿੱਚ। ਤੇ ਕਈ ਲੋਕ ਉੱਥੇ ਮੂਵ ਹੋ ਗਏ, ਕਾਫੀ ਲੋਕ ਜਿਹੜੇ ਨੇ ਪੰਜਾਬ ਵੱਲ ਚਲੇ ਗਏ, ਤੇ ਜਿਹੜੇ ਕੁਝ ਰਹਿ ਗਏ ਹਰ ਸੂਬਿਆਂ ਦੇ ਵਿਚਕਾਰ, ਉਹ ਹੁਣ ਤੱਕ ਵੀ ਉੱਥੇ ਵਸਦੇ ਆਏ ਨੇ। ਜੀ ਤੇ ਸਮਝਣ ਦੀ ਲੋੜ ਇਹ ਹੈਗੀ ਹੈ ਕਿ ਮੁਸਲਿਮ ਪੋਪੂਲੇਸ਼ਨ ਦੇ ਇਲਾਵਾ ਕਈ ਮਾਈਨੋਰਿਟੀਜ਼ ਜਿਹੜੀਆਂ ਉੱਥੇ ਪਹਿਲੇ ਦੀ ਵਸਦੀਆਂ ਸੀਗੀਆਂ, ਜਿਨ੍ਹਾਂ 'ਚ ਹਿੰਦੂ ਸੀਗੇ, ਬੁੱਧਿਸਟ ਸੀਗੇ, ਕੁਝ ਜਿਊਜ਼ ਸੀਗੇ, ਤੁਸੀਂ ਕਿਹਾ ਜ਼ੋਰੈਸਟਰ ਸੀਗੇ। ਤੇ ਜਦ ਗੁਰੂ ਨਾਨਕ ਪਾਤਸ਼ਾਹ ਉੱਥੇ ਜਾਂਦੇ ਨੇ ਤੇ ਉੱਥੇ ਦੀ ਜੋ ਕੁਝ ਗੈਰ ਮੁਸਲਿਮ ਪੋਪੂਲੇਸ਼ਨਸ ਹਨ, ਉਹਨਾਂ ਨੇ ਸਿੱਖੀਜ਼ਮ ਅਡਾਪਟ ਕੀਤਾ, ਔਰ ਉਹ ਜਿਹੜਾ ਰਿਸ਼ਤਾ ਉਦੋਂ ਸ਼ੁਰੂ ਹੋਇਆ ਉਹ ਹਾਲੇ ਤੱਕ ਚੱਲਦਾ ਹੈ। ਜਿਹੜੇ ਬਾਅਦ ਵਿੱਚ ਸਾਡੇ ਗੁਰੂ ਸਾਹਿਬਾਨ ਹੋਏ ਜਾਂ ਇਨੀਸ਼ੀਅਲ ਈਅਰਸ ਗੁਰੂ ਸਾਹਿਬਾਨ ਦੇ ਬਾਅਦ ਜਿਹੜੇ ਸਿੱਖ ਲੀਡਰਸ਼ਿਪ ਹੋਈ ਹੈ, ਉਹਨਾਂ ਦਾ ਕਾਬੁਲ ਦੀ ਸੰਗਤ ਦੇ ਨਾਲ ਰਿਸ਼ਤਾ ਰਿਹਾ। ਮੈਂ ਗੁਰੂ ਨਾਨਕ ਤੋਂ ਦੱਸਾਂ ਕਿ ਜਦੋਂ ਗੁਰੂ ਨਾਨਕ ਸਾਹਿਬ ਦੇਵ ਜੀ ਕਾਬੁਲ ਆਏ ਸਨ ਤਾਂ ਇਹ ਕਿ ਨਹੀਂ ਸਿਰਫ ਉਸ ਵੇਲੇ ਸਿੱਖਾਂ ਨੇ ਉਹਨਾਂ ਨੂੰ ਗੁਰੂ ਮੰਨਿਆ, ਬਲਕਿ ਉੱਥੋਂ ਦੇ ਜਿਹੜੇ ਕਿ ਸਿਆਣੇ ਮੁਸਲਮਾਨ ਵੀ ਸਨ, ਉਹ ਵੀ ਗੁਰੂ ਨਾਨਕ ਨੂੰ ਆਪਣਾ ਪੀਰ ਮੰਨਦੇ ਸਨ। ਤੇ ਐਜ਼ ਅ ਫਕੀਰ ਉਹ ਕਹਿੰਦੇ ਸਨ ਗੁਰੂ ਨਾਨਕ ਹਿੰਦਾ ਫਕੀਰ ਆਇਆ ਹੈ। ਉਸ ਤੋਂ ਬਾਅਦ ਜਦੋਂ ਗੁਰੂ ਨਾਨਕ ਤੋਂ ਬਾਅਦ ਫਿਰ ਗੁਰੂ ਅਮਰਦਾਸ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਅਫਗਾਨ ਸਿੱਖਾਂ ਦਾ ਰਿਸ਼ਤਾ ਬਹੁਤ ਹੀ ਰਿਹਾ ਹੈ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਜੋ 22 ਪ੍ਰਚਾਰਕ 22 ਸੂਬਿਆਂ 'ਚ ਭੇਜਿਆ ਸੀ ਹਿੰਦੁਸਤਾਨ ਵਿੱਚ, ਤਾਂ ਕਿਉਂਕਿ ਕਾਬੁਲ ਵਿੱਚ ਵੀ ਸਿੱਖ ਸੰਗਤ ਰਹਿੰਦੀ ਸੀ, ਤੇ ਉਹਨਾਂ ਨੇ ਇੱਕ ਪ੍ਰਚਾਰਕ ਅਫਗਾਨਿਸਤਾਨ ਵਿੱਚ ਭੇਜਿਆ। ਤੇ ਇਹ ਸਿਲਸਿਲਾ ਗੁਰੂ ਅਮਰਦਾਸ ਜੀ ਤੋਂ ਸ਼ੁਰੂ ਹੋਇਆ, ਫਿਰ ਗੁਰੂ ਰਾਮਦਾਸ ਜੀ, ਫਿਰ ਗੁਰੂ ਅਰਜਨ ਸਾਹਿਬ ਜੀ, ਜਿਸ ਟਾਈਮ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਜਾਂਦੀ ਸੀ, ਤੇ ਉੱਥੋਂ ਕਾਬੁਲ ਦੀ ਸੰਗਤ ਇਕੱਠੀਆਂ ਹੋ ਕੇ ਤਕਰੀਬਨ 100, 150, 200 ਇਕੱਠੇ ਹੋ ਕੇ ਤੇ ਕਾਫਲੇ ਦੀ ਸ਼ਕਲ ਵਿੱਚ ਅੰਮ੍ਰਿਤਸਰ ਗਏ ਹੋਈਆਂ ਸਨ ਜੋ ਸੇਵਾ ਵਾਸਤੇ, ਜਿੱਥੇ ਕਿ ਗੁਰੂ ਜਿਹੜਾ ਇਤਿਹਾਸ ਦੱਸਦੇ ਸਾਨੂੰ ਕਿ ਗੁਰੂ ਅਰਜਨ ਸਾਹਿਬ ਜੀ ਆਪ ਆਏ ਸਨ ਸੰਗਤ ਨੂੰ ਮਿਲਣ ਵਾਸਤੇ, ਤੇ ਉਹਨਾਂ ਦਾ ਸਤਿਕਾਰ ਕੀਤਾ ਸੀ ਸੰਗਤ ਦਾ। ਤੇ ਉਸ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਕਾਫੀ ਪ੍ਰਚਾਰਕ ਅਫਗਾਨਿਸਤਾਨ ਵਿੱਚ ਆਏ ਨੇ। ਭਾਈ ਗੁਰਦਾਸ ਜੀ ਜੋ ਸਿੱਖ ਪੰਥ ਦੇ ਮਹਾਨ ਫਿਲਾਸਫਰ ਰਹੇ ਨੇ, ਜਿਨ੍ਹਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਅਰਜਨ ਸਾਹਿਬ ਨੇ ਉਚਾਰਨ ਕੀਤਾ ਤੇ ਉਹਦੀ ਹੱਥ ਲਿਖਤ ਨਾਲ ਸਾਰਾ ਕੁਝ ਹੋਇਆ, ਉਹ ਵੀ ਅਫਗਾਨਿਸਤਾਨ ਵਿੱਚ ਆਏ ਸੀ ਪ੍ਰਚਾਰ ਵਾਸਤੇ। ਤੇ ਉਹਨਾਂ ਦੇ ਨਾਂ ਤੇ ਇਤਿਹਾਸਕ ਗੁਰਦੁਆਰਾ ਹੁਣ ਤੱਕ ਬਣਿਆ ਹੈ, ਭਾਵੇਂ ਉਹਨੂੰ ਪਹਿਲੇ ਡੇਰਾ ਭਾਈ ਗੁਰਦਾਸ ਜੀ ਕਹਿੰਦੇ ਸਨ, ਪਰ ਹੁਣ ਉਸ ਗੁਰਦੁਆਰੇ ਦਾ ਨਾਂ ਗੁਰਦੁਆਰਾ ਖਾਲਸਾ ਜੀ ਹੈ। ਤੇ ਇਸੇ ਤਰ੍ਹਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਚਾਰਕ ਆਏ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਬਾਣੀ ਹੈ, ਬੰਗ ਕੇ ਬੰਗਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੇਂ ਚਲਤ ਹੈ, ਉਹਦੇ ਵਿੱਚ ਜੇ ਉਹਨੂੰ ਦਕੀਕ ਦੇਖਿਆ ਜਾਵੇ, ਪੜ੍ਹਿਆ ਜਾਵੇ, ਤਾਂ ਉਹਦੇ ਵਿੱਚ 7-8 ਸ਼ਹਿਰ ਨੇ ਜਿਹੜੇ ਅਫਗਾਨਿਸਤਾਨ ਦੇ ਉਹਦੇ ਜ਼ਿਕਰ ਨੇ। ਅੱਛਾ, ਉਹ ਤੋਂ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਾਬੁਲ ਅਫਗਾਨਿਸਤਾਨ ਦੀ ਸਿੱਖਾਂ ਨਾਲ ਕਿੰਨਾ ਪਿਆਰ ਸੀ, ਔਰ ਉੱਥੇ ਸੰਗਤ ਰਹਿੰਦੀ ਸੀ। ਜਿਸ ਤਰ੍ਹਾਂ ਕੰਧਾਰ ਦਾ ਜ਼ਿਕਰ ਹੈ, ਖੋਸ ਦਾ ਜ਼ਿਕਰ ਹੈ, ਗਰਦੇਜ਼ ਦਾ ਜ਼ਿਕਰ ਹੈ, ਕਾਬੁਲ ਦਾ ਜ਼ਿਕਰ ਹੈ, ਚਰਕਾਰ ਦਾ ਜ਼ਿਕਰ ਹੈ। ਇਹ ਤੋਂ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਦੇ ਸਮੇਂ ਵਿੱਚ ਵੀ ਅਫਗਾਨਿਸਤਾਨ ਦਾ ਸਿੱਖਾਂ ਦਾ ਬਹੁਤ ਜ਼ਿਆਦਾ ਪਿਆਰ ਸੀਗਾ। ਜੀ ਔਰ ਕਈ ਰਾਈਟਰਸ ਫਿਲਾਸਫਰ ਜਿਸ ਤਰ੍ਹਾਂ ਭਾਈ ਨੰਦ ਲਾਲ ਜੀ, ਜਿਨ੍ਹਾਂ ਦੀ ਬਹੁਤ ਕੰਟਰੀਬਿਊਸ਼ਨ ਹੈਗੀ ਹੈ ਸਿੱਖ ਲਿਟਰੇਚਰ ਨੂੰ, ਸਿੱਖ ਫਲਸਫੇ ਨੂੰ, ਉਹ ਅਫਗਾਨਿਸਤਾਨ ਤੋਂ ਸੀਗੇ। ਉਹਨਾਂ ਦਾ ਜਨਮ ਜਿਹੜਾ ਹੈ ਉਹ ਗਜ਼ਨੀ ਤੋਂ ਹੋਇਆ, ਜੋ ਗਜ਼ਨੀ ਵੀ ਇੱਕ ਟਾਈਮ ਤੇ ਜਿਸ ਤਰ੍ਹਾਂ ਹੁਣ ਕਾਬੁਲ ਰਾਜਧਾਨੀ ਹੈ, ਇੱਕ ਸਮੇਂ ਤੇ ਸੁਲਤਾਨ ਮਹਿਮੂਦ ਦੇ ਟਾਈਮ ਤੇ ਗਜ਼ਨੀ ਰਾਜਧਾਨੀ ਹੁੰਦੀ ਸੀ ਅਫਗਾਨਿਸਤਾਨ ਦੀ। ਤੇ ਉੱਥੇ ਭਾਈ ਨੰਦ ਲਾਲ ਜੀ ਦਾ ਜਨਮ ਹੋਇਆ। ਉਹਦੇ ਫਾਦਰ ਛੱਜੂ ਰਾਮ ਸੀ, ਉਹ ਮੁਨਸ਼ੀ ਸੀ ਉਸ ਟਾਈਮ ਉੱਥੋਂ ਦੇ। ਤੇ ਉਹਨਾਂ ਨੇ ਜਿਹੜੀ ਤਾਲੀਮ ਹਾਸਲ ਕੀਤੀ ਹੈ ਫਾਰਸੀ ਖਾਸ ਕਰਕੇ, ਉਹ ਅਫਗਾਨਿਸਤਾਨ ਵਿੱਚ ਹੀ ਕੀਤੀ ਸੀ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੁਲਤਾਨ ਗਏ, ਮੁਲਤਾਨ ਵਿੱਚ ਵਿਆਹ ਹੋਇਆ ਸੀ। ਫਿਰ ਇੰਡੀਆ ਦਿੱਲੀ ਗਏ ਹੋਏ ਸਨ, ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੇਲ ਤੇ ਖਾਸ
ਬਹੁਤ ਪਿਆਰੇ ਸਨ ਗੁਰੂ ਗੋਬਿੰਦ ਸਿੰਘ ਜੀ ਦਾ, ਜੋ ਬਹੁਤ ਸਾਰੀਆਂ ਗਜ਼ਲਾਂ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਫੇਵਰ ਵਿੱਚ ਤੇ ਨਾਲ ਹੀ ਉਸ ਅਕਾਲ ਪੁਰਖ ਦੀ ਉਸਤਤ ਵਿੱਚ ਉਹਨਾਂ ਨੇ ਬਹੁਤ ਸਾਰੇ ਫਾਰਸੀ ਵਿੱਚ ਉਚਾਰਿਆ ਹੈ, ਜੋ ਅੱਜ ਉਹਦੀ ਉਚਾਰਨ ਹੋਈ ਬਾਣੀ ਜੋ ਹੈ ਉਹ ਦਰਬਾਰ ਸਾਹਿਬ ਵਿੱਚ ਵੀ ਅਲਾਉਡ ਹੈ ਕਿ ਗਾਈ ਜਾਵੇ। ਜੀ 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 ਅਸੀਂ ਵੇਖਦੇ ਹਾਂ ਕਿ ਬੜਾ ਪੁਰਾਣਾ ਬੜਾ ਗੂੜਾ ਸੰਬੰਧ ਹੈ ਗੁਰੂ ਸਾਹਿਬਾਨ ਤੋਂ ਸ਼ੁਰੂ ਹੋਇਆ ਹੈ। ਔਰ ਜਦ ਹਿਸਟੋਰੀਕਲੀ ਜਦ ਸਾਲ ਵਿੱਚ 2 ਵਾਰ ਦੀਵਾਲੀ ਦੇ ਮੌਕੇ ਤੇ ਇਸ ਵਿਸਾਖੀ ਦੇ ਮੌਕੇ ਤੇ ਜਿਹੜਾ ਇਕੱਠ ਹੁੰਦਾ ਸੀਗਾ ਹਿਸਟੋਰੀਕਲੀ, ਉਸ ਦੇ ਵਿੱਚ ਵੀ ਕਾਬੁਲ ਦੀ ਜਿਹੜੀ ਸੰਗਤ ਹੈ ਉਹ ਹਮੇਸ਼ਾ ਪਾਰਟਿਸਿਪੇਟ ਕਰਦੀ ਰਹੀ ਹੈ। ਇਹ ਇੱਕ ਹਿਸਟੋਰੀਕਲ ਫੈਕਟ ਹੈ। ਹਾਂਜੀ ਅਸੀਂ ਗੁਰੂ ਸਾਹਿਬਾਂ ਦੇ ਸਮੇਂ ਤੋਂ ਚੱਲਦਾ ਇਹ ਜਿਹੜਾ ਰਿਲੇਸ਼ਨ ਹੈ ਉਸ ਨੂੰ ਸਮਝਿਆ। ਅੱਗੇ ਇਹ ਰਿਲੇਸ਼ਨ ਕਿਵੇਂ ਡਿਵੈਲਪ ਹੁੰਦਾ ਹੈ ਇਸ ਬਾਰੇ ਅਸੀਂ ਗੱਲ ਕਰਦੇ ਹਾਂ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਹਰਚਰਨ ਸਿੰਘ ਜੀ, ਜਿੱਥੇ ਇਨ੍ਹਾਂ ਸਿੱਖਾਂ ਦਾ ਪੁਰਾਣਾ ਸੰਬੰਧ ਰਿਹਾ ਹੈ ਅਫਗਾਨਿਸਤਾਨ ਦੇ ਨਾਲ, ਤੇ ਡੈਫੀਨੇਟਲੀ ਉੱਥੇ ਸਿੱਖ ਹਿਸਟੋਰੀਕਲ ਪਲੇਸਿਸ, ਗੁਰੂ ਘਰ ਔਰ ਹੋਰ ਇੱਦਾਂ ਦੇ ਇੰਸਟੀਟਿਊਸ਼ਨਸ ਜਿਹੜੇ ਨੇ ਉਹ ਡੈਫੀਨੇਟਲੀ ਹੋਣੇ ਨੇ। ਸਾਨੂੰ ਦੱਸ ਸਕਦੇ ਹੋ ਕੁਝ ਇਸ ਤਰ੍ਹਾਂ ਹਿਸਟੋਰੀਕਲ ਗੁਰਦੁਆਰੇ ਐਗਜ਼ਿਸਟ ਕਰਦੇ ਨੇ ਅਫਗਾਨਿਸਤਾਨ ਵਿੱਚ? ਦੇਖੋ, ਅਫਗਾਨਿਸਤਾਨ ਵਿੱਚ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਨੇ ਜੀ, ਉਹਨਾਂ ਦੀ ਯਾਦਗਾਰ ਜਾਂ ਉਹਨਾਂ ਪਹਿਲਾ ਧਰਮਸ਼ਾਲ ਜੋ ਹੈ ਨਾ ਜੀ ਦੁਨੀਆ ਵਿੱਚ ਜੋ ਬਣਿਆ ਭਾਈ ਜੇ ਸੰਤ ਸਿੰਘ ਜੀ, ਜੇ ਸੰਤ ਮਸਕੀਨ ਸਿੰਘ ਜੀ, ਜੇ ਮਸਕੀਨ ਜੀ ਦੀ ਕਿਤਾਬ ਪੜ੍ਹੋਗੇ ਤਾਂ ਉਹਦੇ ਵਿੱਚ ਵੀ ਲਿਖਿਆ ਕਿ ਪਹਿਲੀ ਧਰਮਸ਼ਾਲਾ ਜੋ ਹੈ ਉਹ ਕਾਬਲ ਵਿੱਚ ਬਣੀ ਸੀ। ਅੱਛਾ ਜੀ। ਤੇ ਉਹਦੀ ਯਾਦਗਾਰ ਫਿਰ ਭਾਈ ਗੁਰਦਾਸ ਜੀ ਕਾਬਲ ਗਏ ਨੇ, ਉਹਦੇ ਨਾਂ ਦੇ ਉੱਤੇ ਗੁਰਦੁਆਰਾ ਬਣਿਆ ਹੋਇਆ ਹੈ ਜੀ। ਗੁਰੂ ਨਾਨਕ ਜੀ ਫਿਰ ਜਿੱਥੇ ਵੀ ਗਏ ਨੇ, ਕੰਧਾਰ ਗਏ ਨੇ ਤਾਂ ਕੰਧਾਰ ਵੀ ਧਰਮਸ਼ਾਲਾ ਬਣੀ ਹੋਈ ਹੈ ਜੀ। ਇਸੇ ਤਰ੍ਹਾਂ ਸੁਲਤਾਨਪੁਰ ਇੱਕ ਜਗ੍ਹਾ, ਸੁਲਤਾਨਪੁਰ ਚਸ਼ਮੇ ਸੁਲਤਾਨਪੁਰ ਕਹਿੰਦੇ ਨੇ ਜੀ, ਜਿੱਥੇ ਕਿ ਉੱਥੇ ਮੁਸਲਮਾਨ ਵੀ ਉਸ ਜਗ੍ਹਾ ਨੂੰ ਮੰਨਦੇ ਨੇ ਜੀ। ਤੇ ਉਹ ਜਗ੍ਹਾ ਤੇ ਵਿਸਾਖੀ ਦਾ ਜਿਹੜਾ ਖਾਸ ਕਰਕੇ ਵਿਸਾਖੀ ਦਾ ਜਿਹੜਾ ਪ੍ਰੋਗਰਾਮ ਹੁੰਦਾ ਸੀ, ਤਿਉਹਾਰ ਹੁੰਦਾ ਸੀ, ਉੱਥੇ ਹਿੰਦੂ ਸਿੱਖ ਰਲ ਕੇ ਜਿੰਨੇ ਵੀ ਸਟੇਟ ਨੇ ਸਾਰਿਆਂ ਤੋਂ ਉੱਥੇ ਚਸ਼ਮਾ ਸਾਹਿਬ ਵਿੱਚ ਪਹੁੰਚਣਾ, ਉੱਥੇ ਟੈਂਟ ਲੰਗੜੇ, ਉੱਥੇ ਤੰਬੂ ਲੱਗਣਾ ਤੇ ਤੰਬੂ ਵਿੱਚ ਫਿਰ ਅਖੰਡ ਪਾਠ ਰੱਖਣਾ। 3 ਦਿਨ ਅਖੰਡ ਪਾਠ ਦੇ ਭੋਗ ਤੋਂ ਉਸ ਤੋਂ ਪਹਿਲਾਂ ਜਲਾਲਾਬਾਦ ਤੋਂ ਨਗਰ ਕੀਰਤਨ, ਜੋ ਪਹਿਲੇ ਜਲੂਸ ਕਹਿੰਦੇ ਹੁੰਦੇ ਸੀ ਅਸੀਂ, ਉੱਥੋਂ ਜਲੂਸ ਨਿਕਲ ਕੇ ਤੇ ਸੁਲਤਾਨਪੁਰ ਜੋ ਚਸ਼ਮਾ ਸਾਹਿਬ ਹੈ ਤਕਰੀਬਨ 15-20 ਏਕੜ ਜਗ੍ਹਾ ਹੈ, ਉੱਥੇ ਸਭ ਨੇ ਟੈਂਟ ਲਗਾਏ ਹੁੰਦੇ ਸਨ ਤੇ ਉੱਥੇ ਫਿਰ ਅਖੰਡ ਪਾਠ ਰੱਖਣਾ। ਅਖੰਡ ਪਾਠ ਤੋਂ ਬਾਅਦ ਫਿਰ ਉੱਥੇ ਵਿਆਹ ਸ਼ਾਦੀਆਂ ਹੁੰਦੀਆਂ ਸਨ। ਅੱਛਾ ਜੀ। ਤਕਰੀਬਨ 100-150 ਵਿਆਹ ਸ਼ਾਦੀ ਜਿਹੜੀ ਹੁੰਦੀ ਸੀ, ਉਹ ਇੱਕ ਦਿਨ ਮੰਗਣੀ ਤੇ ਦੂਜੇ ਦਿਨ ਵਿਆਹ, ਬਿਨਾਂ ਖਰਚੇ ਤੋਂ ਤਕਰੀਬਨ 11 ਅਫਗਾਨੀ ਦੇ ਨਾਲ ਗੁਰਦੁਆਰਾ ਸਾਹਿਬ ਜਮ੍ਹਾਂ ਕਰਾ ਕੇ ਤੇ ਇਹ ਵਿਆਹ ਹੁੰਦਾ ਸੀ, ਜੋ ਇੱਕ ਅਲੌਕਿਕ ਨਜ਼ਾਰਾ ਸੀ। ਇਹ ਹਾਲੇ ਤੱਕ ਹੁੰਦਾ ਸੀਗਾ? ਇਹ ਤਕਰੀਬਨ 1980 ਤੱਕ ਹੁੰਦਾ ਸੀ। ਅੱਛਾ, 1980 ਤੱਕ। ਅੱਛਾ ਜੀ। ਤੇ ਉਸ ਤੋਂ ਬਾਅਦ ਜਦੋਂ ਰਸ਼ੀਆ ਆ ਗਿਆ ਤੇ ਥੋੜੀ ਜਿਹੀ ਗੜਬੜ ਹੋ ਗਈ, ਉਤਲ ਪੁਤਲ ਹੋ ਗਈ ਤੇ ਉਹ ਫਿਰ ਚਸ਼ਮਾ ਸਾਹਿਬ ਵੀ ਹੁਣ ਵੀ ਜਾਂਦੇ ਨੇ ਕਈ ਜਿਹੜੇ ਉੱਥੇ ਰਹਿੰਦੇ ਨੇ ਵਿਸਾਖੀ ਤੇ ਜਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ। ਅੱਛਾ ਜੀ। ਪਰ ਲੇਕਿਨ ਇਹ ਜਲੂਸ ਜਾਂ ਨਗਰ ਕੀਰਤਨ ਉਹ ਹੁਣ ਬੰਦ ਹੈ, ਜਦੋਂ ਤੱਕ ਵਾਹਿਗੁਰੂ ਕਿਰਪਾ ਕਰੇਗਾ ਤੇ ਦੁਬਾਰਾ ਜੇ ਅਫਗਾਨੀ ਲੋਕ ਉੱਥੇ ਜਾ ਸਕਣ ਤਾਂ ਸ਼ਾਇਦ ਹੋਏਗਾ, ਨਹੀਂ ਤਾਂ ਹੁਣ ਅਸਥਾਨ ਹੈ ਉੱਥੇ ਜੀ, ਇਹ ਧਾਰਮਿਕ ਅਸਥਾਨ ਉੱਥੇ ਮੌਜੂਦ ਹੈ ਜੀ। ਇਹੋ ਜਿਹੇ ਹੋਰ ਵੀ ਧਾਰਮਿਕ ਅਸਥਾਨ ਨੇ। ਭਾਈ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਜੀ ਦਾ, ਜਿੱਥੇ ਕਿ ਗੁਰੂ ਹਰਿਰਾਏ ਸਾਹਿਬ ਜੀ ਨੇ ਯਾਦ ਵਿੱਚ ਭਾਈ ਗੋਂਦਾ ਜੀ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕੀਤੇ ਸੀ ਤੇ ਉਹ ਹੁਣ ਵੀ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਂ 'ਤੇ ਗੁਰਦੁਆਰਾ ਮੰਜੀ ਸਾਹਿਬ ਉੱਤੇ ਯਾਦ ਕੀਤਾ ਜਾਂਦਾ ਹੈ। ਤੇ ਭਾਈ ਸਾਹਿਬ ਜੀ, ਇਹ ਅਸੀਂ ਕਾਫੀ ਉੱਥੇ ਐਕਸਟ੍ਰੀਮਿਜ਼ਮ ਜਾਂ ਰੈਡੀਕਲ ਲੋਕਾਂ ਦਾ ਰਾਜ ਵੇਖਿਆ ਪਿਛਲੇ ਕੁਝ ਸਮੇਂ ਵਿੱਚ। ਜਿਵੇਂ ਸਾਨੂੰ ਯਾਦ ਹੈ ਜਿਹੜੇ ਬੁੱਧਿਸਟ ਕੁਝ ਸਟਰਕਚਰ ਸੀਗੇ ਬਾਮਿਆਨ ਵਿੱਚ, ਉਹਨਾਂ ਨੂੰ ਤੋੜਾ ਗਿਆ ਸੀ। ਇੱਦਾਂ ਜਿਹੜੇ ਸਿੱਖਾਂ ਦੇ ਗੁਰੂ ਘਰ ਉਹਨਾਂ ਉੱਪਰ ਇੱਦਾਂ ਦੇ ਹਮਲੇ ਦੇਖੇ ਗਏ ਨੇ ਅਫਗਾਨਿਸਤਾਨ ਵਿੱਚ? ਦੇਖੋ, ਜਦੋਂ ਤੱਕ ਮੇਰੀ ਯਾਦ 'ਚ ਹੈ ਜੀ, ਤੇ ਉਸ ਤੋਂ ਪਹਿਲੇ ਵੀ ਜਿਹੜੇ ਸਾਡੇ ਉੱਥੇ ਹਿੰਦੂ ਸਿੱਖ ਰਹਿੰਦੇ ਸਨ, ਗੁਰਦੁਆਰੇ ਵੀ ਹਨ ਤੇ ਮੰਦਰ ਵੀ। ਜਿਹੜੇ 5000 ਸਾਲ ਪੁਰਾਣਾ ਮੰਦਰ ਵੀ ਉੱਥੇ ਆਸਾਮਾਈ ਮੰਦਰ ਹੈ ਜੀ। ਲੇਕਿਨ ਇਹ ਕਦੀ ਨਹੀਂ ਹੋਇਆ ਕਿ ਧਾਰਮਿਕ ਦੇ ਨਾਂ 'ਤੇ ਮੁਸਲਮਾਨ ਕਦੀ ਆਏ ਹੋਣ ਗੁਰਦੁਆਰੇ 'ਤੇ ਹਮਲਾ ਕੀਤਾ ਹੋਣੇ ਜਾਂ ਗੁਰਦੁਆਰੇ ਨੂੰ ਲੁੱਟਿਆ ਹੋਵੇ, ਇਹ ਕਦੀ ਨਹੀਂ ਹੋਇਆ। ਜਾਂ ਸਿੱਖਾਂ ਦੇ ਘਰਾਂ 'ਤੇ ਕੋਈ ਇਸ ਤਰ੍ਹਾਂ ਲੁੱਟ ਨਹੀਂ ਹੋਈ ਹੈ। ਇਹ ਜਦੋਂ ਸਿਵਲ ਵਾਰ ਹੋ ਗਈ ਤੇ ਸਿਵਲ ਵਾਰ ਦੇ ਵਿਚਕਾਰ ਜੇ ਮਿਜ਼ਾਈਲ ਗਿਰਦਾ ਤੇ ਉਹ ਸਾਡੇ ਘਰ 'ਤੇ ਵੀ ਗਿਰ ਸਕਦਾ, ਮੁਸਲਮਾਨ ਦੇ ਘਰ 'ਤੇ ਵੀ। ਜੇ ਮਸਜਿਦ 'ਤੇ ਗਿਰ ਸਕਦਾ, ਉਹ ਗੁਰਦੁਆਰੇ ਵੀ ਗਿਰ ਸਕਦਾ। ਇਸ ਤਰ੍ਹਾਂ ਹੋਏ ਨੇ। ਅੱਛਾ। ਤੇ ਪਿੱਛੇ ਜਦੋਂ ਬਾਬਰੀ ਮਸਜਿਦ ਦਾ
किस्सा भी होया सी जी। 92 ਦੀ ਗੱਲ ਹੈ ਸ਼ਾਇਦ ਤੀ ਜੀ ਤੇ ਉਸ ਟਾਈਮ ਵੀ ਅਫਗਾਨਿਸਤਾਨ ਵਿੱਚ ਕੋਈ ਐਸੀ ਮਾੜੀ ਗੱਲ ਨਹੀਂ ਹੋਈ ਹੈ ਨਾ ਗੁਰਦੁਆਰਿਆਂ ਤੇ ਕਦੀ ਹਮਲਾ ਕੀਤਾ ਗਿਆ ਠੀਕ ਹੈ ਕੁਝ ਲੋਕ ਹੁੰਦੇ ਨੇ ਜਿਹੜੇ ਕਿ ਗੁੱਸੇ ਵਿੱਚ ਆ ਕੇ ਥੋੜਾ ਬਹੁਤਾ ਬੁਰਾ ਭਲਾ ਕਹਿੰਦੇ ਸੀ ਅੱਛਾ ਪਰ ਹੁਣ ਤੱਕ ਇਹ ਕੰਮ ਨਹੀਂ ਹੋਇਆ ਤੇ ਅੱਛਾ। ਜੇ ਗੁਰਦੁਆਰਿਆਂ 'ਚ ਪਿੱਛੇ ਮਾਰਚ ਵਿੱਚ ਹੋਇਆ ਸੀ 2020 ਵਿੱਚ ਗੁਰਦੁਆਰੇ 'ਚ ਇੱਕ ਆਤੰਕਵਾਦੀ ਹਮਲਾ ਹੋਇਆ ਉਹ ਤਾਂ ਕਿਸੇ ਗੈਰ ਹੈ ਤਾਂ ISS ਆਦਮੀ ਹੋਣਾ ਜਿਹਨੇ ਕਿਹਾ ਕਿ ਉੱਥੇ ਹਮਲਾ ਕਰਕੇ 20-25 ਜਿਹੜੇ ਸਿੱਖ ਸਨ ਨਾਲ 2 ਮੁਸਲਮਾਨ ਮਾਰੇ ਗਏ ਤੇ ਇਹ ਕੰਮ ਉੱਥੇ ਮਸਜਿਦਾਂ ਵਿੱਚ ਵੀ ਹੋਇਆ ਸ਼ੀਆ ਮਸਜਿਦ ਵਿੱਚ ਵੀ ਇਹ ਕੰਮ ਹੋਇਆ ਲੇਕਿਨ ਜਿਸ ਤਰ੍ਹਾਂ ਕਿ 1700 ਜਾਂ 1800 ਸਾਲ ਪੁਰਾਣਾ ਜਿਹੜਾ ਬੁੱਧ ਦਾ ਜਿਹੜਾ ਸਟੈਚੂ ਸੀ ਤਕਰੀਬਨ ਸੰਸਾਰ ਵਿੱਚ ਸਭ ਤੋਂ ਉੱਚਾ ਸਟੈਚੂ 53 ਮੀਟਰ ਦਾ ਲੰਬਾ ਸੀ ਔਰ ਮੈਂ ਉੱਥੇ ਗਿਆ ਦੇਖਿਆ ਵੀ ਸੀ ਜੀ ਔਰ ਉਸ ਬੁੱਧ ਉੱਤੇ ਐਸੇ ਜਿਹੜਾ ਨਕਾਸ਼ੀ ਕੀਤੀ ਸੀਗੀ ਜਿਹੜੇ ਰੰਗ ਉੱਥੇ ਵਰਤੇ ਗਏ ਸਨ ਤੁਸੀਂ ਹਿਸਾਬ ਲਓ 17 ਸਾਲ ਪਹਿਲੇ ਯੂਜ਼ ਹੋਏ ਸੀ ਤੇ ਹੁਣ ਵੀ ਉਸੇ ਤਰ੍ਹਾਂ ਲੱਗਦੇ ਸੀ ਜੀ ਤੇ ਮੀਨਾਕਾਰੀ ਕਿੰਨੀ ਵਧੀਆ ਸੀ ਤੇ ਇਹ ਪਤਾ ਨਹੀਂ ਕਿ ਇਹ ਤਾਲਿਬਾਨ ਦੀ ਕਿਸ ਤਰ੍ਹਾਂ ਮੱਤ ਮਾਰੀ ਗਈ ਕਿਉਂਕਿ ਉੱਥੋਂ ਦੀ ਜਿਹੜੀ ਪਿਛਲੀਆਂ ਗੌਰਮੈਂਟਾਂ ਸਨ ਸ਼ਾਹ ਜ਼ਾਹਿਰ ਸ਼ਾਹ ਜਾਂ ਹੋਰ ਜਿਹੜੀ ਸਰਕਾਰਾਂ ਸਨ ਉਹਦੀ ਚੰਗੀ ਤਰ੍ਹਾਂ ਦੇਖਭਾਲ ਵੀ ਕਰਦੀ ਹੁੰਦੀ ਸੀ ਅੱਛਾ ਸਗੋਂ ਜਾਪਾਨੀ ਲੋਕ ਆ ਕੇ ਉਹਨੂੰ ਠੀਕ ਕਰਦੇ ਸਨ ਤੇ ਟੂਰਿਸਟ ਬਹੁਤ ਇੱਕ ਵਧੀਆ ਜਗ੍ਹਾ ਸੀ ਟੂਰਿਸਟ ਵਾਸਤੇ ਜੀ ਜੀ ਤੇ ਇਹ ਪਤਾ ਨਹੀਂ ਕਿ ਜਾਂ ਕਿਸੇ ਕੱਟੜਵਾਦੀਆਂ ਦਾ ਸੀਗਾ ਕਿ ਅਸੀਂ ਜੀ 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 ਉਹਨਾਂ ਨੂੰ ਰਾਤ ਹੈ ਬਿਲਕੁਲ ਤੇ ਅਰਚਨ ਸਿੰਘ ਜੀ ਅਗਰ ਅਸੀਂ ਸਿੱਖਾਂ ਦਾ ਅਫਗਾਨਿਸਤਾਨ ਦਾ ਜਿਹੜਾ ਸਿੱਖ ਸਮਾਜ ਹੈ ਹਿੰਦੂ ਸਮਾਜ ਉਸ ਨੂੰ ਹੋਰ ਸਮਝਣਾ ਚਾਹੀਏ ਤੇ ਕਿਆ ਸਿੱਖ ਔਰ ਹਿੰਦੂ ਸ਼ਹਿਰਾਂ ਵਿੱਚ ਹੀ ਵਸੇ ਨੇ ਖਾਲੀ ਉੱਥੇ ਕਿ ਪਿੰਡਾਂ ਵਿੱਚ ਵੀ ਵਸੇ ਹੋਏ ਨੇ ਪਹਿਲਾਂ ਸ਼ੁਰੂ ਤੋਂ ਜਿਹੜੇ ਹਿੰਦੂ ਸਿੱਖ ਸਨ ਇਹ ਪਿੰਡਾਂ ਵਿੱਚ ਵਸਦੇ ਸਨ ਅੱਛਾ ਜੀ ਅਕਸਰ ਲੋਕ ਜਿਹੜੇ ਪਿੰਡਾਂ 'ਚ ਸਨ ਅੱਛਾ ਉਹ ਬਾਅਦ ਦੇ ਵਿਚਕਾਰ ਜਦੋਂ ਪਿੰਡਾਂ 'ਚ ਗੜਬੜ ਹੁੰਦੀ ਰਹੀ ਜਾਂ ਕੰਮ ਦੀ ਵਜ੍ਹਾ ਕਰਕੇ ਸ਼ਹਿਰਾਂ ਵਿਚਕਾਰ ਕੰਮ ਜ਼ਿਆਦਾ ਹੁੰਦਾ ਗਿਆ ਤੇ ਉਹ ਫਿਰ ਇਕੱਠੇ ਹੁੰਦੇ ਗਏ ਖਾਸ ਕਰਕੇ ਕਿਉਂਕਿ ਇੱਕ ਤਾਂ ਆਪਣੀ ਜਿਹੜੀ ਸਿੱਖਾਂ ਦੀ ਪਾਪੂਲੇਸ਼ਨ ਕਹਿ ਦਈਏ ਜਿੱਥੇ ਕਿ ਮੇਲ ਮਿਲਾਪ ਹੋਏ ਜਾਂ ਗੁਰਦੁਆਰੇ ਜਿੱਥੇ ਹੋ ਗਏ ਜਾਂ ਰਿਸ਼ਤਾਦਾਰੀ ਕਰਕੇ ਵੀ ਇਹ ਵੀ ਹੁੰਦਾ ਤੇ ਉਸ ਕਰਕੇ ਫਿਰ ਸ਼ਹਿਰਾਂ ਵਿੱਚ ਲੋਕ ਇਕੱਠੇ ਹੁੰਦੇ ਗਏ ਅੱਛਾ ਔਰ ਪਿੰਡਾਂ ਵਿੱਚ ਜਿਹੜੇ ਵੀ ਰਹਿੰਦੇ ਸਨ ਉਹਨਾਂ ਦੇ ਕੋਲ ਆਪਣੇ ਫਾਰਮ ਹੁੰਦੇ ਸਨ 20 ਏਕੜ 40 ਏਕੜ ਦੇ ਫਾਰਮ ਤੇ ਆਪ ਤਾਂ ਸੀ ਕੰਮ ਨਹੀਂ ਸੀ ਕਰਦੇ ਫਾਰਮ ਤੇ ਬਿਜ਼ਨਸ ਕਰਦੇ ਹੁੰਦੇ ਸਨ ਜੀ ਲੇਕਿਨ ਉਹ ਫਾਰਮ ਦੇ ਉੱਤੇ ਤਕਰੀਬਨ 100-200 ਸਾਲ ਪੁਰਾਣੀ ਵੀ ਹਿਸਟਰੀ ਕਹੀਏ ਸਾਡੇ ਕੋਲ ਹੈਗੀ ਕਿ ਹੁਣ ਤੱਕ ਵੀ ਉਹ ਫਾਰਮ ਉੱਥੇ ਮੌਜੂਦ ਨੇ ਅੱਛਾ ਤੇ ਸਿੱਖਾਂ ਦੀ ਜਨਰਲ ਜਿਹੜੀ ਆਰਥਿਕ ਸਥਿਤੀ ਹੈ ਉਹ ਠੀਕ ਸੀਗੀ ਉੱਥੇ ਬਹੁਤ ਵਧੀਆ ਅੱਛਾ ਜੀ ਸਗੋਂ ਕਈ ਫੈਕਟਰੀਆਂ ਦੇ ਮਾਲਕ ਸਨ ਜੀ ਤੇ ਜਿੰਨਾ ਵੀ ਐਕਸਪੋਰਟ ਇੰਪੋਰਟ ਸੀਗਾ ਉਹ ਜ਼ਿਆਦਾਤਰ ਜਿਹੜਾ ਉਹ ਹਿੰਦੂ ਸਿੱਖਾਂ ਦੇ ਥਰੂ ਹੀ ਹੁੰਦਾ ਸੀ ਅੱਛਾ ਖਾਸ ਕਰਕੇ ਕਾਬਲ ਵਿੱਚ ਕੰਧਾਰ ਵਿੱਚ ਤੇ ਹੋਰ ਜਿਹੜੇ ਵੱਡੇ ਸ਼ਹਿਰ ਨੇ ਜੀ ਇਹਨਾਂ ਵਿੱਚ ਜ਼ਿਆਦਾਤਰ ਜਿਹੜਾ ਹੈ ਉਹ ਸਿੱਖ ਹਿੰਦੂਆਂ ਦੇ ਕੋਲ ਹੀ ਹੁੰਦਾ ਸੀ ਬਿਜ਼ਨਸ ਸਗੋਂ ਕਈ ਵਾਰੀ ਜਿਹੜਾ ਡਾਲਰ ਦਾ ਰੇਟ ਵੀ ਨਿਕਲਦਾ ਸੀ ਬੈਂਕ ਵਾਲੇ ਵੀ ਉਹ ਇੱਕ ਸ਼ਹਿਜ਼ਾਦਾ ਮਾਰਕੀਟ ਹੈ ਜੀ ਅਫਗਾਨਿਸਤਾਨ ਵਿੱਚ ਜੋ ਐਕਸਚੇਂਜ ਮਾਰਕੀਟ ਕਹਿੰਦੇ ਨੇ ਉਹਦੇ ਵਿੱਚ ਜ਼ਿਆਦਾ ਤਕਰੀਬਨ 70% ਜਿਹੜੇ ਹਿੰਦੂ ਸਿੱਖਾਂ ਦੀ ਦੁਕਾਨਾਂ ਹੁੰਦੀਆਂ ਸਨ ਰਹਿੰਦੇ ਸਨ ਤੇ ਉੱਥੋਂ ਹੀ ਫੋਨ ਕਰਕੇ ਪੁੱਛਦੇ ਸਨ ਕਿ ਡਾਲਰ ਦਾ ਰੇਟ ਬੈਂਕ ਵਾਲੇ ਪੁੱਛਦੇ ਸਨ ਕੀ ਰੱਖਿਆ ਜਾਏ ਜੀ 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 ਕਿ ਇਹ 80s ਵਿੱਚ ਲੋਕਾਂ ਨੇ ਛੱਡਿਆ 79 ਜਦ ਰਸ਼ੀਆ ਆਇਆ ਤਦ ਕੁਝ ਮਾਈਨੋਰਿਟੀਜ਼ ਨੇ ਅਫਗਾਨਿਸਤਾਨ ਛੱਡਿਆ ਉਸ ਤੋਂ ਬਾਅਦ ਆਈ ਥਿੰਕ 90s ਵਿੱਚ ਛੱਡਿਆ ਫਿਰ ਹੁਣ ਛੱਡਿਆ ਇਸ ਤੋਂ ਪਹਿਲਾਂ 70 ਤੋਂ ਪਹਿਲਾਂ ਜਾਂ 79 ਤੋਂ ਪਹਿਲਾਂ ਕਿੰਨੀ ਕੁਝ ਪੋਪੂਲੇਸ਼ਨ ਹੋਣੀ ਸਿੱਖਾਂ ਦੀ ਅਫਗਾਨਿਸਤਾਨ ਵਿੱਚ 1980 ਤੋਂ ਪਹਿਲੇ ਤਕਰੀਬਨ 80 ਤੇ 90 ਹਜ਼ਾਰ ਦੇ ਕਰੀਬ ਟੋਟਲ ਸਿੱਖ ਪਰਿਵਾਰ ਹਾਂ ਜੀ ਸਿੱਖ ਹਾਂ ਜੀ ਸਿੱਖ ਅਸੀਂ ਉਹਨਾਂ ਨੇ ਵੀ ਸਿੱਖ ਕਵਾਂਗੇ ਜਿਹੜੇ ਕਿ ਸਹਿਜਧਾਰੀ ਸਿੱਖ ਨੇ ਅੱਛਾ ਜੀ ਕਿਉਂਕਿ ਅਫਗਾਨਿਸਤਾਨ ਵਿੱਚ ਅੱਜ ਤੋਂ ਤਕਰੀਬਨ ਜਦੋਂ ਵੀ ਗੁਰੂ ਨਾਨਕ ਦੇ ਯਾਤਰਾ ਤੋਂ ਬਾਅਦ ਹੀ ਉੱਥੇ ਜਿਹੜੇ ਵੀ ਸਾਡੇ ਸਹਿਜਧਾਰੀ ਸਿੱਖ ਹੁੰਦੇ ਸਨ ਉਹਨਾਂ ਨੇ ਇੱਕ ਪ੍ਰਣ ਕੀਤਾ ਸੀ ਕਿ ਅਸੀਂ ਆਪਣੇ ਵੱਡੇ ਪੁੱਤਰ ਨੂੰ ਕੇਸਾਧਾਰੀ ਬਣਾਉਣਾ ਤੇ ਬਾਕੀ ਸਹਿਜਧਾਰੀ ਤੇ ਉਹ ਕੋਈ ਫਰਕ ਨਹੀਂ ਹੁੰਦਾ ਸੀ ਮਤਲਬ ਇੱਕ ਜਿਹੜੇ ਗੁਰੂ ਨਾਨਕ ਨਾਮ ਲੈਵਾ ਨੇ ਉਹਦੇ 1-2 ਕੇਸਾਧਾਰੀ ਹੁੰਦੇ ਸਨ ਤੇ 1-2 ਵੀ ਸਹਿਜਧਾਰੀ ਇਹ ਹਾਲੇ ਵੀ ਚੱਲਦਾ ਸੀ ਇਹ ਹਾਲੇ ਵੀ ਚੱਲਦਾ ਸੀ ਅੱਛਾ ਜੀ ਤੇ ਇਸ ਕਰਕੇ ਕੁਝ ਸਭ ਨੂੰ ਅਸੀਂ ਸਿੱਖੀ ਕਹਿ ਸਕਦੇ ਹਾਂ ਅੱਛਾ ਜੀ ਤੇ ਉਹਨਾਂ ਦਾ ਜਿਹੜਾ ਕਾਰੋਬਾਰ ਸਾਰੇ ਦਾ ਪ੍ਰੇਮ ਗੁਰੂ ਸਾਰਾ ਪ੍ਰੇਮ ਗੁਰੂ ਘਰ ਸੀਗਾ ਜਾਂਦੇ ਸੀਗੇ ਜ਼ਿਆਦਾ ਠੀਕ ਹੈ ਜੀ
ਤੇ ਇਸ ਕਰਕੇ ਇਹ ਕੋਈ ਬਿਨ ਭੇਦ ਨਹੀਂ ਸੀ ਸਾਡੇ ਵਿੱਚ ਹੀ। ਤੇ ਕਾਰੋਬਾਰ ਵੀ ਅੱਛੇ ਸੀ ਸਭ ਦਾ ਜੀ, ਗੁਰਦੁਆਰਿਆਂ ਨਾਲ ਜੁੜੇ ਹੋਏ ਸੀ ਜੀ, ਆਪਣੀ ਮੁਸਲਮਾਨਾਂ ਨਾਲ ਵੀ ਜੇ ਆਣਾ ਜਾਣਾ ਜਿਹੜੇ ਵੀ, ਕਿਉਂਕਿ ਬਿਜ਼ਨਸ ਜ਼ਿਆਦਾ ਜਿਹੜਾ ਸੀ ਉਹ ਸਾਡੇ ਅਫਗਾਨੀ ਹਿੰਦੂ ਸਿੱਖਾਂ ਦੇ ਹੱਥ ਸੀ। ਇਸ ਜੀ। ਕਰਕੇ ਮੇਲ ਮਿਲਾਪ ਮੁਸਲਮਾਨਾਂ ਨਾਲ ਵੀ ਵਧੀਆ ਸੀਗਾ ਸਾਡਾ। ਜੀ 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 ਜੀ। ਇਹ ਪਿਛਲੇ 200 ਸਾਲ ਤੋਂ ਜ਼ਿਆਦਾ 300 ਸਾਲ ਤੁਸੀਂ ਦੱਸ ਰਹੇ ਹੋ ਕਿ ਇਹ ਸਿੱਖ ਹਿੰਦੂ ਉੱਥੇ ਰਹਿੰਦੇ ਸੀਗੇ, ਤੇ ਇਹ ਉੱਥੇ ਦੀ ਭਾਸ਼ਾ ਤੇ ਬੋਲਦੇ ਹੀ ਹੋਣੇ, ਪਸ਼ਤੋ, ਫਾਰਸੀ ਪੂਰੀ ਹਾਂ ਜੀ। ਉੱਥੇ ਲੈਂਗੁਏਜ ਜਿਹੜੀ ਹੈ ਨਾ ਅਫਗਾਨਿਸਤਾਨ ਦੀ, ਕਿਉਂਕਿ ਤਕਰੀਬਨ 60% ਜਿਹੜੇ ਨੇ ਉੱਥੇ ਪਖਤੂਨ ਲੋਕ ਨੇ ਜੀ, ਤੇ 40% ਜਿਹੜੇ ਹੋਰ ਨੇ ਉਹਦੇ ਤਾਜਿਕ ਵੀ ਹੈ, ਹਜ਼ਾਰਾ ਵੀ ਹੈ, ਕਈ ਤਰ੍ਹਾਂ ਦੀਆਂ ਕੌਮਾਂ ਨੇ ਜੀ। ਤੇ ਉੱਥੇ ਦੋ ਲੈਂਗੁਏਜ ਹੁੰਦੀ ਸੀ ਉਹਨਾਂ ਦੀ, ਗਵਰਨਮੈਂਟ ਲੈਂਗੁਏਜ ਵੀ ਕਹੀ, ਸਰਕਾਰੀ ਲੈਂਗੁਏਜ ਕਹਿ ਦਈਏ, ਉਹ ਫਾਰਸੀ ਅਤੇ ਪਸ਼ਤੋ। ਅੱਛਾ ਜੀ। ਤੇ ਇਸ ਕਰਕੇ ਜਿਹੜੇ ਵੀ ਉੱਥੇ ਰਹਿੰਦੇ ਸਨ ਜੀ, ਜਿਹੜੇ ਜਿਸ ਇਲਾਕੇ 'ਚ ਲੋਕ ਸਾਡੇ ਸਰਦਾਰ ਰਹਿੰਦੇ ਸਨ ਉੱਥੋਂ ਦੀ ਲੈਂਗੁਏਜ ਪਸ਼ਤੋ, ਉਹ ਸਾਰੇ ਪਸ਼ਤੋ ਵਧੀਆ ਬੋਲ ਲੈਂਦੇ ਸਨ, ਤੇ ਜਿੱਥੇ ਫਾਰਸੀ ਜ਼ੁਬਾਨ ਸੀ ਉਹ ਫਾਰਸੀ ਬੋਲ ਲੈਂਦੇ ਸਨ। ਜੀ, ਹੁਣ ਸਭ ਮੈਨੂੰ ਆਪ ਨੂੰ ਫਾਰਸੀ ਵੀ ਆਉਂਦੀ ਹੈ ਤੇ ਪਸ਼ਤੋ ਵੀ। ਔਰ ਅਸੀਂ ਜਦੋਂ ਬੇਸਿਕ ਜਿਹੜੀ ਪੜ੍ਹਾਈ ਵੀ ਕੀਤੀ ਹੈ ਉੱਥੇ, ਉਹ ਪਹਿਲੀ ਤੋਂ ਲੈ ਕੇ 12ਵੀਂ ਤੱਕ ਉਹ ਫਾਰਸੀ ਤੇ ਪਸ਼ਤੋ ਦੇ ਵਿੱਚ ਹੀ ਹੋਈ ਹੈ। ਜੀ ਜੀ ਜੀ। ਤੇ ਆਪਣੇ ਜਿਹੜੇ ਪੰਜਾਬੀ ਨੇ ਉਹ ਸਕੂਲਾਂ ਵਿੱਚ, ਗੁਰਦੁਆਰਿਆਂ ਵਿੱਚ ਪੰਜਾਬੀ ਸਕੂਲ ਵੀ ਰੱਖਦੇ ਹੁੰਦੇ ਸਨ। ਅਰਚਨ ਸਿੰਘ ਜੀ, ਅਸੀਂ ਉਹਨਾਂ ਨੇ ਡਾਕਟਰ ਤੁਹਾਡੇ ਨਾਲ ਇਸ ਬਾਰੇ ਗੱਲ ਜਾਰੀ ਰੱਖਾਂਗੇ, ਔਰ ਇੱਕ ਬਹੁਤ ਜ਼ਰੂਰੀ ਜਿਹੜਾ ਲੈਸਨ ਹੈ, ਅਸੀਂ ਸਾਰੇ ਇਸ ਲਈ ਬਾਹਰਲੇ ਮੁਲਕਾਂ 'ਚ ਬੈਠੇ ਹਾਂ, ਔਰ ਤੁਸੀਂ ਪੰਜਾਬ ਤੋਂ ਬਾਹਰ ਰਹਿ ਕੇ, ਇੰਡੀਆ ਤੋਂ ਪਾਕਿਸਤਾਨ ਕਈ 100 ਸਾਲਾਂ ਵਿੱਚ ਬਾਹਰ ਰਹਿ ਕੇ ਵੀ ਉਹ ਜਿਹੜੀ ਪੰਜਾਬੀ ਲੈਂਗੁਏਜ ਹੈ, ਉਹ ਜਿਹੜਾ ਕਲਚਰ ਹੈ, ਉਹ ਰਿਲੀਜਨ ਕਿਵੇਂ ਮੇਨਟੇਨ ਕੀਤਾ ਹੈ, ਇਹ ਇੱਕ ਬਹੁਤ ਵੱਡਾ ਲੈਸਨ ਹੈ ਸਾਰੇ ਸਿੱਖਾਂ ਵਾਸਤੇ, ਸਾਰੀ ਦੁਨੀਆ ਵਿੱਚ, ਜਿਹੜੇ ਅੱਜ ਦੀ ਡੇਟ ਵਿੱਚ ਸਾਰੀ ਦੁਨੀਆ ਵਿੱਚ ਫੈਲੇ ਨੇ। ਇਸ ਬਾਰੇ ਅਸੀਂ ਗੱਲ ਕਰਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ 'ਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਹਰਚਰਨ ਸਿੰਘ ਜੀ, ਇੱਕ ਗੱਲ ਮੈਂ ਹੋਰ ਜਿਹੜੀ ਜਾਨਣਾ ਚਾਹੁੰਦਾ, ਜਿਹੜੀ ਅਫਗਾਨਿਸਤਾਨ ਦੀ ਸਿਵਿਕ ਸੋਸਾਇਟੀ ਜਾਂ ਬਿਊਰੋਕ੍ਰੇਸੀ ਹੈ ਜਾਂ ਪੋਲੀਟੀਕਲ ਪਾਵਰ ਹੈ, ਉਸ ਦੇ ਵਿੱਚ ਸਿੱਖ ਕੋਈ ਹਿੱਸਾ ਲੈਂਦੇ ਸੀਗੇ? ਉਹ ਕੋਈ ਪੋਜੀਸ਼ਨਸ ਆਫ ਪਾਵਰ ਤੇ ਨਿਯੁਕਤ ਸੀਗੇ ਆ ਸਾਡੇ ਬੰਦੇ? ਇਹ ਤਾਂ ਇਸ ਤਰ੍ਹਾਂ ਕਿ ਜੇ ਅਸੀਂ ਪਿੱਛੇ ਜਾਈਏ ਜੀ, ਤਾਂ ਭਾਈ ਨੰਦ ਲਾਲ ਵੀ ਜਦੋਂ ਕਿ ਅਫਗਾਨਿਸਤਾਨ ਵਿੱਚ ਪੈਦਾ ਹੋਏ ਸੀ ਨਾ, ਜੀ ਜੀ, ਉਹਦੇ ਫਾਦਰ ਵੀ ਉੱਥੇ ਸਰ ਮੁਨਸ਼ੀ ਸੀ। ਮੁਨਸ਼ੀ ਦਾ ਬੜਾ ਵੱਡਾ ਰੁਤਬਾ ਹੁੰਦਾ ਹੈ ਜੀ। ਤੇ ਭਾਈ ਨੰਦ ਲਾਲ ਜੀ ਨੇ ਵੀ ਉਸ ਵੇਲੇ ਵੀ ਅਫਗਾਨ ਗਵਰਨਮੈਂਟ ਵਿੱਚ ਉਹਨੇ ਕੰਮ ਕੀਤਾ ਸ਼ੁਰੂ ਤੋਂ। ਅੱਛਾ ਜੀ। ਉਸ ਤੋਂ ਬਾਅਦ ਫਿਰ ਹੁਣ 70-80 ਸਾਲ ਪਹਿਲੇ ਦੀ ਗੱਲ ਕਰ ਲਈਏ, ਜੀ ਜੀ, ਜਿੱਥੇ ਕਿ ਅਫਗਾਨਿਸਤਾਨ ਦਾ ਸ਼ਾਹ ਅਮਨ ਅੱਲਾ ਖਾਨ, ਜਿਸ ਨੇ ਕਿ ਅਫਗਾਨਿਸਤਾਨ ਦੀ ਆਜ਼ਾਦੀ ਪੂਰਨ ਤੌਰ ਤੇ ਆਜ਼ਾਦੀ ਹੈ ਉਹ ਅੰਗਰੇਜ਼ਾਂ ਕੋਲੋਂ ਲਈ ਸੀ ਜੀ। ਤੇ ਉਸ ਟਾਈਮ ਵੀ ਸਾਡੇ ਹਿੰਦੂ ਭਰਾਵਾਂ 'ਚੋਂ ਜਿਹੜੇ ਸੀ ਇੱਕ ਖਜ਼ਾਨਾ ਮੰਤਰੀ ਸੀਗੇ ਜੀ, ਜਿਸ ਤਰ੍ਹਾਂ ਨਾਲ ਦੀਵਾਨ। ਤੇ ਉਹ ਜਦੋਂ ਵੀ ਕਿ ਇਹਨਾਂ ਨੇ ਸੰਧੀ ਵੀ ਕੀਤੀ ਸੀ ਪਸ਼ੌਰ ਦੇ ਵਿਚਕਾਰ, ਅਫਗਾਨਾਂ ਨੇ ਤੇ ਅੰਗਰੇਜ਼ਾਂ ਨੇ, ਤੇ ਉਸ ਸੰਧੀ ਵਿੱਚ ਵੀ ਦੀਵਾਨ ਨਰਿੰਜਨ ਦਾਸ ਉਹਦੇ ਵਿੱਚ ਹਾਜ਼ਰ ਸਨ ਜੀ। ਤੇ ਨਾਲ ਹੀ ਅਮਨ ਅੱਲਾ ਖਾਨ ਦਾ ਜਿਹੜਾ ਐਡਵਾਈਜ਼ਰ ਹੈ, ਜਾਂ ਉਹਦੇ ਨਾਲ ਕਈ ਗੱਲਾਂ ਜਿਹੜੀਆਂ ਹੁੰਦੀਆਂ ਸਨ, ਉਹਦੇ ਸਾਡੇ ਸਰਦਾਰ ਸਿੱਖ ਵੀ ਇੱਕ ਬਸੰਤ ਸਿੰਘ ਸੀ, ਭਾਈ ਰਾਮ ਸਿੰਘ ਜੀ ਸੀ, ਉਹ ਵੀ ਹਿੱਸਾ ਲੈਂਦੇ ਹੁੰਦੇ ਸਨ। ਜੀ ਜੀ। ਅਸੀਂ ਇਸ ਵੇਲੇ ਵੀ ਵੇਖਿਆ ਕੈਨੇਡਾ ਵਿੱਚ ਅੰਬੈਸਡਰ ਸੀਗੇ ਭਟੀਜਾ ਜੀ, ਸ਼ਾਮਦਾਸ ਭਟੀਜਾ ਜੀ ਜੀ। ਤੇ ਹਲੇ ਵੀ ਉੱਥੇ ਦੀ ਸਰਕਾਰ ਵਿੱਚ ਹਿੰਦੂ ਤੇ ਸਿੱਖ ਸ਼ਾਮਿਲ ਹੁੰਦੇ ਆਏ ਨੇ। ਜਦੋਂ ਵੀ ਕੋਈ ਭਾਵੇਂ ਸਰਕਾਰਾਂ ਬਦਲਦੀਆਂ ਰਹੀਆਂ ਨੇ ਨਾ, ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਸਿੱਖਾਂ ਦਾ ਜਾਂ ਹਿੰਦੂਆਂ ਦਾ ਰੋਲ ਸਰਕਾਰ ਵਿੱਚ ਰਿਹਾ ਹੈ, ਰਿਪਰੈਜ਼ੈਂਟੇਸ਼ਨ ਰਹੀ ਹੈ। ਇਹ ਹੁਣੇ ਤਾਲਿਬਾਨ ਤੋਂ ਪਹਿਲੇ ਵੀ ਜੇ ਕਿਨਾਂ ਦਾ ਜਿਹੜੀ ਸਰਕਾਰ ਪਹਿਲੇ 20 ਸਾਲਾਂ ਤੋਂ ਜਦੋਂ ਕਰਜ਼ਈ ਸੀਗਾ, ਅਸ਼ਰਫ ਗਨੀ ਸੀਗਾ, ਉਹਨਾਂ ਦੇ ਨਾਲ ਵੀ ਜੋ ਸਾਡੇ ਸਿੱਖ ਸੀ, ਕੁਝ ਐਡਵਾਈਜ਼ਰ ਵੀ ਰਹੇ ਨੇ ਤੇ ਨਾਲ ਐਮਪੀ ਵੀ ਰਹੇ ਨੇ। ਇਲੈਕਸ਼ਨ ਲੜ ਕੇ ਆਏ। ਇਲੈਕਸ਼ਨ ਇਸ ਵਾਰੀ ਇਲੈਕਸ਼ਨ ਨਹੀਂ ਸੀਗੀ, ਪੁਰਾਣੇ ਸਮੇਂ 1967 ਦੇ ਵਿਚਕਾਰ ਇਲੈਕਸ਼ਨ ਲੜੀ ਗਈ ਸੀ, ਜਿਸ ਵਿੱਚ ਸਰਦਾਰ ਜੈ ਸਿੰਘ ਫਾਨੀ ਐਜ਼ ਅ ਐਮਪੀ ਬਣਿਆ ਹੋਇਆ ਸੀਗਾ। ਅੱਛਾ ਜੀ। ਤੇ ਹੁਣ ਜਿਹੜੀ ਇਲੈਕਸ਼ਨ ਨਹੀਂ ਸੀ, ਸਿਲੈਕਸ਼ਨ ਸੀ, ਇੱਕ ਸੀਟ ਦਿੱਤੀ ਸੀ ਉਹਨਾਂ ਨੇ ਮਿਨਾਰਟੀ ਵਾਸਤੇ, ਜਿਹੜਾ ਕਿ ਨਰਿੰਦਰਪਾਲ ਸਿੰਘ ਜੀ ਉੱਥੇ ਐਜ਼ ਅ ਐਮਪੀ ਕੰਮ ਕਰ ਰਿਹਾ ਸੀਗਾ। ਜੀ 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 ਜੀ। ਤੇ ਉੱਥੇ ਦੀ ਜੋ ਆਰਮੀ ਹੈ, ਉਸ ਦੇ ਵਿੱਚ ਆਪਣੇ ਸਿੱਖ ਹੈਗੇ?
ਜਿਹੜੀ ਅਫਗਾਨਿਸਤਾਨ ਦੀ ਆਰਮੀ ਹੈ ਤੇ ਉਹਦੇ 'ਚ ਇਹ ਹੈ ਕਿ ਅਫਗਾਨਿਸਤਾਨ ਵਿੱਚ ਜਿਹੜੀ ਮਿਲਟਰੀ ਹੈ ਨਾ ਜੀ, ਉਹ ਜਿੰਨੇ ਵੀ ਅਫਗਾਨ ਸਨ ਉਹ ਕੰਪਲਸਰੀ ਸੀਗੇ। ਅੱਛਾ ਜੀ, ਜਿਹੜੇ ਐਜੂਕੇਟਡ ਸੀ 1 ਸਾਲ, ਜਿਹੜੇ ਅਨਐਜੂਕੇਟਡ ਸੀ 2 ਸਾਲ ਜੀ, ਤੇ ਕੰਪਲਸਰੀ ਸੀ, ਉਸ ਕਰਕੇ ਸਾਰਿਆਂ ਨੇ ਵੀ ਮਿਲਟਰੀ ਕੀਤੀ ਹੈ। ਅੱਛਾ ਜੀ, ਜਿਹਦੇ 'ਚ ਮੈਂ ਵੀ 1 ਸਾਲ ਵਾਸਤੇ ਜੀ, ਐਜ਼ ਆ ਉੱਥੇ ਮੈਨੂੰ ਸਾਰਾ ਕੁਝ ਸਿਖਾਇਆ ਗਿਆ ਸੀ। ਜੀ। 73 74 ਦੇ ਵਿਚਕਾਰ ਮੈਂ 1 ਸਾਲ ਉੱਥੇ ਮਿਲਟਰੀ ਕੀਤੀ ਹੈ। ਤੇ ਇਸ 1-2 ਸਾਲ ਦੇ ਬਾਅਦ ਕੁਝ ਐਦਾ ਸਿੱਖ ਸੀਗੇ ਜੋ ਉਹਦੇ ਮਿਲਟਰੀ 'ਚ ਕੰਟੀਨਿਊ ਕਰਦੇ ਸੀਗੇ ਔਰ ਜੋ ਉੱਥੇ ਅਫਸਰ ਵਗੈਰਾ ਬਣੇ? ਸਾਡਾ ਇੱਕ ਬ੍ਰਿਗੇਡੀਅਰ ਡਾਕਟਰ ਸੰਤੋਖ ਸਿੰਘ ਅਮਰਾਈ ਹੈ ਜੀ, ਜੋ ਬ੍ਰਿਗੇਡੀਅਰ ਤੱਕ ਪਹੁੰਚਿਆ। ਅਗਰ 2-4 ਸਾਲ ਇੱਕ ਗੜਬੜ ਨਾ ਹੁੰਦੀ ਸ਼ਾਇਦ ਉਹ ਜਨਰਲ ਵੀ ਬਣ ਸਕਦਾ। ਜੀ, 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 ਜੀ। ਔਰ 1970 ਵੇਲੇ ਸਾਡੇ ਹਿੰਦੂ ਭਰਾ ਜਿਹੜੇ ਸਨ ਜੀ, ਉਹ ਮਿਲਟਰੀ 'ਚ ਸ਼ਾਮਲ ਸਨ, ਜਿਹਦੇ 'ਚ ਕਰਨਲ ਤੱਕ ਵੀ ਉਹਨਾਂ ਦਾ ਰੁਤਬਾ ਰਿਹਾ ਹੈ। ਜੀ, ਜੀ, ਜੀ। ਅਰਚਨ ਸਿੰਘ ਜੀ, ਮੈਂ ਇਹ ਚੀਜ਼ ਵੇਖੀ ਹੈ ਜਦ ਵੀ ਆਪਾਂ ਕਿਸੇ ਅਫਗਾਨਿਸਤਾਨ ਦੇ ਬੰਦੇ ਨਾਲ ਗੱਲ ਕਰਦੇ ਹਾਂ ਜੋ ਕਿ ਹਿੰਦੂ ਜਾਂ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਨ, ਇੰਨਾ ਕੁਝ ਹੋਇਆ, ਉਹਨਾਂ ਨੂੰ ਮੁਲਕ ਛੱਡਣਾ ਪਿਆ, ਉਹਨਾਂ ਤੇ ਅਸੀਂ ਫੀਲ ਕਰਦੇ ਹਾਂ ਕਿ ਕਈ ਕਿਸਮ ਦੀ ਪਰਸੀਕਿਊਸ਼ਨ ਹੋਈ, ਬਟ ਫਿਰ ਵੀ ਉਹ ਕੋਈ ਨਫ਼ਰਤ ਦੇ ਲਫ਼ਜ਼ ਜਾਂ ਉਹ ਗੁੱਸਾ ਉਹ ਕਦੀ ਨਜ਼ਰ ਨਹੀਂ ਆਉਂਦਾ। ਉਹ ਕਦੀ ਅਫਗਾਨਿਸਤਾਨ ਵਾਸਤੇ ਜਾਂ ਉੱਥੇ ਦੇ ਲੋਕਾਂ ਵਾਸਤੇ, ਉੱਥੇ ਦੀ ਸਰਕਾਰਾਂ ਵਾਸਤੇ ਵੀ ਮਾੜਾ ਨਹੀਂ ਬੋਲਦੇ। ਇਸ ਦੀ ਕੀ ਵਜ੍ਹਾ ਵੇਖਦੇ ਹੋ ਤੁਸੀਂ? ਇਸ ਦੀ ਵਜ੍ਹਾ ਇਹ ਹੈ ਕਿ ਇੱਕ ਤਾਂ ਜਿਹੜੇ ਅਫਗਾਨਿਸਤਾਨ ਵਿੱਚ ਅਸੀਂ ਜਿਹੜੇ ਹਿੰਦੂ ਸਿੱਖ ਰਹਿੰਦੇ ਸਨ ਜੀ, ਇੱਕ ਤਾਂ ਆਪਸ ਵਿੱਚ ਬੜਾ ਪਿਆਰ ਤੇ ਪ੍ਰੇਮ ਨਾਲ ਰਹਿੰਦੇ ਹੁੰਦੇ ਸਨ। ਕੋਈ ਮੁਸਲਮਾਨਾਂ ਨਾਲ ਵੀ? ਹਾਂਜੀ, ਮੁਸਲਮਾਨਾਂ ਨਾਲ ਜੀ। ਤੇ ਜਦੋਂ ਵੀ ਕੋਈ ਸਾਡੇ ਆਪਣੇ ਪ੍ਰੋਗਰਾਮ ਹੁੰਦੇ ਸੀ, ਜਿਸ ਤਰ੍ਹਾਂ ਵਿਸਾਖੀ ਹੋ ਗਈ, ਦੀਵਾਲੀ ਹੋ ਗਈ, ਇਹ ਰਲ ਮਿਲ ਕੇ ਅਸੀਂ ਕਰਦੇ ਹੁੰਦੇ ਸੀ ਜੀ। ਤੇ ਮੁਸਲਮਾਨਾਂ ਦੇ ਵੀ ਜਿਹੜੇ ਤਿਉਹਾਰ ਹੁੰਦੇ ਸਨ, ਜਿਸ ਤਰ੍ਹਾਂ ਈਦ ਹੋ ਗਈ, ਤੇ ਅਸੀਂ ਜਾਂਦੇ ਸੀ ਉਹਨਾਂ ਨੂੰ ਈਦੀ ਮਨਾਉਣ ਵਾਸਤੇ, ਕੁਝ ਨਾ ਕੁਝ ਤੋਹਫਾ ਗਿਫਟ ਲੈ ਜਾਂਦੇ। ਤੇ ਉਹ ਵੀ ਜਦੋਂ ਦੀਵਾਲੀ ਹੁੰਦੀ ਸੀ ਤੇ ਉਹ ਪਹੁੰਚਦੇ ਹੁੰਦੇ ਸਨ। ਅੱਛਾ। ਜਦੋਂ ਵੀ ਗੁਰਦੁਆਰੇ 'ਚ ਕੋਈ ਪ੍ਰੋਗਰਾਮ ਹੁੰਦੇ ਸਨ, ਉਹਨਾਂ ਦੇ ਵੱਡੇ ਵੱਡੇ ਮਿਨਿਸਟਰ ਜਿਹੜੇ ਸੀ ਉਹ ਵੀ ਆ ਕੇ ਵਧਾਈ ਦਿੰਦੇ ਸਨ, ਨਾਲ ਬੋਲਦੇ ਸਨ ਸਿੱਖੀਜ਼ਮ ਦੇ ਉੱਤੇ ਕੁਝ ਨਾ ਕੁਝ, ਅਸੀਂ ਵੀ ਉਹਨਾਂ ਨੂੰ ਦੱਸਦੇ ਰਹਿੰਦੇ ਸੀ। ਤੇ ਇੱਕ ਪਠਾਣਾ ਤੇ ਅਫਗਾਨਾਂ ਵਿਚਕਾਰ, ਜਿਹੜੇ ਅਫਗਾਨ ਸਿੱਖਾਂ ਵਿਚਕਾਰ ਨਾ ਇੱਕ ਐਸਾ ਪਿਆਰ ਸੀ ਕਿ ਬਹੁਤ ਘੱਟ ਹੁੰਦੀ ਸੀ ਕਿ ਨਫ਼ਰਤ ਕਰਨ। ਔਰ ਉਹ ਲੋਕ ਜਦੋਂ ਵੀ ਉਹਨਾਂ 'ਚ 1-2 ਗੱਲਾਂ ਸੀ, ਉਹ ਕਹਿੰਦੇ ਸੀ ਸਾਡੇ ਵੱਡੇ ਭਰਾ ਨੇ, ਲਾਲਾ ਕਹਿੰਦੇ ਸਨ ਸਿੱਖਾਂ ਨੂੰ ਜੀ। ਤੇ ਉਹਨਾਂ 'ਚ ਇੱਕ ਇਹ ਵੀ ਪ੍ਰਚਲਿਤ ਸੀ ਕਿ ਉਹਨਾਂ ਦੇ ਜੇ ਕੋਈ ਬੱਚਾ ਬੋਲਦਾ ਨਹੀਂ ਸੀ ਨਾ ਥੋੜ੍ਹਾ ਸ਼ੁਰੂ ਤੋਂ 2-3 ਸਾਲ, ਤੇ ਉਹ ਕਹਿੰਦੇ ਸੀ ਸਾਨੂੰ ਇਸੇ ਹਿੰਦੂ ਜਾਂ ਸਿੱਖ, ਕਿਉਂਕਿ ਉੱਥੇ ਹਿੰਦੂ ਸਿੱਖ ਨੂੰ ਇੱਕੋ ਗਿਣਦੇ ਸਨ। ਅੱਛਾ ਜੀ। ਤੇ ਉਹਦਾ ਮੈਂ ਥੋੜ੍ਹਾ ਜਿਹਾ ਮਿਸਾਲ ਹੋਰ ਵੀ ਦੇਵਾਂਗਾ। ਤੇ ਉਹ ਫਿਰ ਆਉਂਦੇ ਸਨ ਤੇ ਰੋਟੀ ਮੰਗਦੇ ਸਨ, ਜੀ ਤੁਹਾਡੀ ਰੋਟੀ ਜੇ ਸਾਡੇ ਬੱਚੇ ਦੇ ਮੂੰਹ ਲੱਗ ਜਾਏ ਨਾ ਤੇ ਇਹ ਬੋਲਣ ਲੱਗਦਾ ਹੈ। ਇਹ ਹੁਣ ਤੱਕ ਵੀ ਉੱਥੇ ਚੱਲ ਰਿਹਾ ਜੀ, ਜੀ। ਤੇ ਜੇ ਵਿਸ਼ਵਾਸ ਵੀ ਉਹਨਾਂ ਦਾ ਹਿੰਦੂ ਸਿੱਖਾਂ ਤੇ ਜ਼ਿਆਦਾ ਸੀ। ਤੇ ਜਦੋਂ ਵੀ ਉਹਨਾਂ ਕੋਲ ਕੋਈ ਕੈਸ਼ ਰਕਮ ਹੁੰਦੀ ਸੀ, ਉਹ ਲਿਆ ਕੇ ਸਾਡੇ ਕੋਲ ਰੱਖ ਜਾਂਦੇ ਸੀ ਜੀ, ਕਿ ਇਹ ਜਦੋਂ ਸਾਡਾ ਵਿਆਹ ਹੋਏਗਾ ਜਾਂ ਕੁਝ ਹੋਏਗਾ ਤੁਹਾਡੇ ਕੋਲ ਥੋੜੇ ਕਰਕੇ ਲਾ। ਜੀ, ਇਹ ਗੱਲ ਮੈਂ ਬੜੀ ਸੁਣੀ ਹੈ ਕਿ ਜਿਹੜੇ ਲੋਕਲ ਅਫਗਾਨਸ ਹਨ ਉਹ ਬੈਂਕ ਵਿੱਚ ਪੈਸਾ ਰੱਖਣ ਤੋਂ ਜ਼ਿਆਦਾ ਸਿੱਖਾਂ ਦੇ ਘਰਾਂ 'ਚ ਜਾ ਕੇ ਪੈਸਾ ਰੱਖ ਦਿੰਦੇ ਸਨ ਕਿ ਇਹ ਸਾਡਾ ਪੈਸਾ ਤੁਸੀਂ ਸਾਂਭ ਕੇ ਰੱਖੋ, ਤੁਹਾਡੇ ਕੋਲ ਪੈਸਾ ਸੰਭਲਿਆ ਰਹੇਗਾ, ਜਦ ਸਾਨੂੰ ਚਾਹੀਦਾ ਹੋਏਗਾ ਅਸੀਂ ਲੈ ਲਾਂਗੇ। ਇੰਨਾ ਵਿਸ਼ਵਾਸ ਸੀਗਾ? ਇਹ ਵਿਸ਼ਵਾਸ ਸੀਗਾ। ਇਹ ਮੇਰੇ ਆਪਣੇ ਪਿਤਾ ਜੀ ਕੋਲ, ਅਸੀਂ ਛੋਟੇ ਹੁੰਦੇ ਸੀ ਜੀ, ਤੇ ਉਹ ਜਿਹੜੇ ਵੀ ਆਉਂਦੇ ਸਨ ਉਹ ਕੈਸ਼ ਜਿੰਨਾ ਵੀ ਹੁੰਦਾ ਸੀ ਲਿਆ ਕੇ ਰੱਖ ਜਾਂਦੇ ਸੀ। ਫਿਰ ਜਦੋਂ ਵੀ ਉਹਨਾਂ ਨੂੰ ਚਾਹੀਦਾ ਸੀ ਥੋੜਾ ਕਰਕੇ ਅਸੀਂ, ਮੇਰੇ ਪਿਤਾ ਜੀ ਨੇ ਇੱਕ ਖਾਤਾ ਖੋਲ੍ਹਿਆ ਸੀ, ਉਹ ਖਾਤੇ ਲਿਖ ਦਿੰਦੀ ਸੀ ਕਿ ਇਹਦੇ 20,000 ਆ ਗਏ, ਇਹਦੇ 30,000 ਹੋ ਗਏ, 40,000। ਉਹ ਖਾਤੇ ਫਿਰ ਜਦੋਂ ਲੈ ਜਾਂਦੇ ਸੀ ਫਿਰ ਉਹਨਾਂ ਦੇ ਨਾਂ ਪਾ ਦਿੰਦੇ ਸੀ। ਬਸ ਇੰਨਾ ਵਿਸ਼ਵਾਸ ਸੀ ਇਹਨਾਂ ਦਾ ਸਿੱਖਾਂ ਤੇ ਹਿੰਦੂਆਂ ਤੇ। ਜੀ, 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 ਜੀ। ਔਰ ਜਿਹੜੇ ਹਿੰਦੂ ਤੇ ਸਿੱਖ ਦੀ ਗੱਲ ਹੈ ਜੀ, ਉਹ ਕਿਉਂਕਿ ਮੇਰੇ ਕੋਲ ਇੱਕ ਸ਼ੇਰ ਹੈ ਪਸ਼ਤੋ ਵਿੱਚ ਜੀ, ਪਸ਼ਤੋ ਵਿੱਚ ਸ਼ੇਰ ਹੈ, यार में हिंदू जे मुसलमानियम। ਇਹ ਪਸ਼ਤੋ ਵਿੱਚ ਹੈ ਜੀ। यार में हिंदू जे मुसलमानियम, यार दे पारा धर्मसाल जारू कहूमा। ਇਹਦਾ ਜੇ ਮੈਂ ਅਰਥ ਕਰਾਂ, ਕਹਿੰਦੇ ਯਾਰ ਮੇਰਾ ਹਿੰਦੂ ਹੈ। ਹਿੰਦੂ ਦਾ ਮਤਲਬ, ਕਿਉਂਕਿ ਜੇ ਤੁਸੀਂ ਗੁਰੂ ਅਰਜਨ ਸਾਹਿਬ ਦੀ ਸ਼ਾਇਰੀ ਦਾ ਵੀ ਜੋ ਤੁਗਲਕ ਉਹਨੇ ਲਿਖਿਆ ਸੀ, ਤੁਗਲਕ ਦੇ ਵਿਚਕਾਰ ਜੀ, ਤੇ ਉਹਦੇ ਜ਼ਿਕਰ ਕੀਤਾ ਸੀ, ਉਹ ਹਿੰਦੂ ਕਹਿੰਦੇ ਸੀ ਨਾ ਸਾਨੂੰ। ਅੱਛਾ। ਤੇ ਇਹਦੇ 'ਚ ਯਾਰ ਮੈਂ ਹਿੰਦੂ ਕਹਿੰਦਾ, ਜਿਹੜਾ ਮੇਰੇ ਯਾਰ ਹੈ ਹਿੰਦੂ ਹੈ, ਭਾਵੇਂ ਉਹ ਗੁਰੂ ਹੈ ਨਾ, ਹੈ ਤਾਂ ਸਿੱਖ ਹੈ ਮਤਲਬ ਜੀ। ਇੱਥੇ ਹਿੰਦੂ ਦਾ ਮਤਲਬ ਸਿੱਖ। ਯਾਰ ਮੈਂ ਹਿੰਦੂ ਜੇ ਮੁਸਲਮਾਨ ਹਾਂ, ਮੇਰਾ ਯਾਰ ਜੋ ਹੈ ਇੱਕ ਸਿੱਖ ਹੈ, ਲੇਕਿਨ ਮੈਂ ਮੁਸਲਮਾਨ ਹਾਂ। ਯਾਰ ਦੇ ਪਰ ਆਪਣੇ ਯਾਰ ਦੇ ਕਰਕੇ ਮੈਂ ਧਰਮਸ਼ਾਲ ਜਾਰੂ ਕਹਾਂ। ਧਰਮਸ਼ਾਲ ਜੋ ਹੈ ਉਹ ਗੁਰਦੁਆਰੇ ਨੂੰ ਕਹਿੰਦੇ ਨੇ ਜੀ, ਕਿ ਮੈਂ ਜਾ ਕੇ ਗੁਰਦੁਆਰੇ ਝਾੜੂ ਕਰਦੀ ਹਾਂ।
ਅੱਛਾ ਤੇ ਜੀ। ਇਹ ਪਿਆਰ ਹੈ ਨਾ ਹਿੰਦੂ ਸਿੱਖ ਜੇ ਮੁਸਲਮਾਨ ਦਾ ਤੇ ਸਿੱਖਾਂ ਦਾ ਜਾਂ ਹਿੰਦੂਆਂ ਨਾਲ ਇੰਨਾ ਪਿਆਰ ਹੈ ਕਿ ਯਾਰ ਮੈਂ ਹਿੰਦੂ ਜੇ ਮੁਸਲਮਾਨ ਹਾਂ ਯਾਰ ਦੇ ਪਾਰਾ ਦੇ ਧਰਮਸਾਲ ਜਾਰੂ ਕੌਮ। ਜੀ 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 ਨਹੀਂ ਇਹ ਇਸ ਦੀ ਬਹੁਤ ਮਿਸਾਲਾਂ ਨੇ ਜਿਹੜੇ ਪਿਆਰ ਦੀ ਆਪਸ ਵਿੱਚ। ਜਦ 47 ਹੋਈ ਹੈ ਹਾਂਜੀ ਤੇ ਜਿਹੜੇ ਅਫਗਾਨ ਵਿੱਚ ਹਿੰਦੂ ਸਿੱਖ ਸੀਗੇ ਉਹ ਉੱਥੇ ਹੀ ਰਹੇ ਜਾਂ ਉਹਨਾਂ ਚੋਂ ਕੁਝ ਇੰਡੀਆ ਆ ਗਏ, ਕੋਈ ਮੂਵਮੈਂਟ ਹੋਈ ਉਸ ਵੇਲੇ? ਜਦੋਂ 1947 ਦੀ ਗੱਲ ਹੈ ਜਿਸ ਤਰ੍ਹਾਂ ਸਾਡੇ ਬਜ਼ੁਰਗ ਕਹਿੰਦੇ ਨੇ ਜੀ ਤੇ ਜਦੋਂ ਪਾਕਿਸਤਾਨ ਤੇ ਇੰਡੀਆ ਵੱਖਰਾ ਹੋ ਗਿਆ, ਜੀ। ਦੋ ਭਾਗਾਂ 'ਚ ਵਰਤਿਆ ਗਿਆ, ਜੀ ਤਾਂ ਜਿਹੜੇ ਬਾਰਡਰ ਤੇ ਸਾਡੇ ਅਫਗਾਨੀ ਸਿੱਖ ਰਹਿੰਦੇ ਸਨ, ਜਿਸ ਤਰ੍ਹਾਂ ਪਾਕਿਸਤਾਨ ਦਾ ਬਾਰਡਰ ਹੈ, ਜੀ ਜਿਸ ਤਰ੍ਹਾਂ ਲਗਮਾਨ ਹੈ, ਜੀ ਕੱਜਾ ਹੈ, ਜਲਾਲਾਬਾਦ ਹੈ, ਉੱਥੇ ਥੋੜਾ ਜਿਹਾ ਗੜਬੜ ਲੱਗਦੀ ਸੀ ਕਿ ਕਿਧਰੇ ਸ਼ਰਾਰਤੀ ਨਾ ਕਰ ਦੇਣ ਤੇ ਜਿਹੜੇ ਹਿੰਦੂ ਸਿੱਖਾਂ ਦੇ ਘਰਾਂ ਨੂੰ ਨੁਕਸਾਨ ਨਾ ਪਹੁੰਚੇ। ਜੀ ਤਾਂ ਉਸ ਟਾਈਮ ਤੇ ਜਿਹੜਾ ਉੱਥੋਂ ਦਾ ਪਾਤਸ਼ਾਹ ਸੀ ਸ਼ਾਹ ਜ਼ਾਹਿਰ ਸ਼ਾਹ, ਉਹ ਬੜਾ ਅੱਛਾ ਸੀ ਸਿੱਖਾਂ ਨਾਲ ਹਿੰਦੂਆਂ ਨਾਲ। 40 ਸਾਲ ਉਹਨੇ ਰਾਜ ਕੀਤਾ ਹੈ ਔਰ ਉਸਦੇ ਰਾਜ ਦੇ ਵਿਚਕਾਰ ਹੁਣ ਵੀ ਯਾਦ ਕਰਦੇ ਨੇ ਉਸ ਨੂੰ ਹੁਣ ਬਾਬਾ ਕੌਮ ਬੋਲਦੇ ਨੇ। ਉਹਦੀ ਡੈਥ ਹੋ ਗਈ ਹੁਣ ਅੱਛਾ ਜੀ 10-15 ਸਾਲ ਪਹਿਲੇ। ਜੀ ਤੇ ਉਹਨੇ ਕੀ ਕੀਤਾ ਕਿ ਜਿੰਨੇ ਵੀ ਸਰਹੱਦ ਉੱਤੇ ਜਿਹੜੇ ਸਿੱਖ ਸਾਡੇ ਰਹਿੰਦੇ ਸੀ ਉਹਨਾਂ ਨੂੰ ਸ਼ਹਿਰਾਂ ਵਿੱਚ ਲਿਆ ਕੇ ਵਸਾਇਆ ਤੇ ਉਸ ਤੋਂ ਬਾਅਦ ਫਿਰ ਕੋਈ ਗੜਬੜ ਨਹੀਂ ਹੋਈ ਤੇ ਇਹ ਚੱਲਦਾ। ਤੇ ਹਾਂ 1947 ਤੋਂ ਜਦੋਂ ਲੋਕਾਂ ਨੂੰ ਕੁਝ ਪਤਾ ਚੱਲਿਆ ਸੀ, ਜੀ ਕੁਝ ਅਫਗਾਨੀ ਸਿੱਖ ਅਫਗਾਨਿਸਤਾਨ छोड़ के पटियाला जाके बसे सी, कुछ अमृतसर जाके बसे सी। जी जब तक हालात ठीक हो गए फिर वापस ही कई फैमिलियाँ वापस आ वापस भी चले गई। गए। ठीक है। अफगानी सिख कई बार उन्होंने अफगानिस्तान छड्डिया है और हुण जो असी देख रहे हैं पिछले कुछ सालों ਵਿੱਚ 80s ਵਿੱਚ फिर 90 ਜਦੋਂ सिविल वॉर हुई है हुण रिसेंटली भी सारी दुनिया ਵਿੱਚ ਜਾ ਕੇ ਵਸੇ ਰਾਈਟ। ਕਿੱਥੇ ਕਿੱਥੇ ਹੈਗੇ ਅਫਗਾਨੀ ਸਿੱਖ? देखो अफगानी सिख ਜਿਹੜੇ ਨੇ ਨਾ मैं वही गल कहां कि ਇਹ ਨਹੀਂ ਕਿ ਇਸ ਮੁਸਲਮਾਨਾਂ ਕਰਕੇ ਚਲੇ ਗਏ ਹੁਣ ਜੀ। ਉਹ ਜਦੋਂ ਸਿਵਲ ਵਾਰ ਹੋਈ ਹੈ ਨਾ ਉਹਦੇ 'ਚ ਤਾਂ ਅਫਗਾਨੀ ਮੁਸਲਮਾਨ ਵੀ ਬਹੁਤ ਸਾਰੇ ਬਾਹਰ ਚਲੇ ਗਏ ਜੀ ਤੇ ਦੂਸਰੇ ਲੋਕ ਵੀ ਜਿਹੜੇ ਮਿਨਾਰਟੀ ਲੋਕ ਉਹ ਵੀ ਨਿਕਲ ਗਏ। ਜੀ ਲੇਕਿਨ ਉਸ ਟਾਈਮ ਤੇ 1979 ਜਦੋਂ ਰਸ਼ੀਆ ਅਫਗਾਨਿਸਤਾਨ 'ਚ ਆ ਗਿਆ ਜੀ ਤਾਂ ਕੁਝ ਲੋਕਾਂ ਨੇ ਸੋਚਿਆ ਕਿ ਇੱਥੇ ਹੁਣ ਸਾਡਾ ਰਹਿਣਾ ਮੁਸ਼ਕਲ ਹੈ, ਇਹ ਕਮਿਊਨਿਸਟ ਕੰਟਰੀ ਬਣ ਜਾਏਗੀ। ਤਾਂ ਜਿਹੜੇ ਕੁਝ ਅਮੀਰ ਲੋਕ ਸਨ ਜਾਂ ਜਿਨ੍ਹਾਂ ਕੋਲ ਕੁਝ ਹੈਗਾ ਸੀ ਉਹ ਅਫਗਾਨਿਸਤਾਨ ਛੱਡ ਕੇ ਸ਼ੁਰੂ ਤੋਂ ਜਰਮਨੀ ਚਲੇ ਗਏ। ਅੱਛਾ ਜੀ। ਕੁਝ ਲੰਡਨ ਗਏ, ਜੀ ਕੁਝ ਇੰਡੀਆ ਗਏ ਨੇ, ਜੀ ਕੁਝ ਅਮਰੀਕਾ ਆ ਕੇ ਵਸੇ ਨੇ। ਜੀ ਪਰ ਜ਼ਿਆਦਾ ਸਾਡੀ ਮਿਨਾਰਟੀ ਜੋ ਹੈ ਉਹ ਇੰਡੀਆ ਅਤੇ ਲੰਡਨ ਵਿੱਚ ਵਸੀ ਹੋਈ ਹੈ ਤੇ ਨਾਲ ਜਰਮਨੀ ਵਿੱਚ। ਜੀ ਜਰਮਨ ਵਿੱਚ ਸਾਡੇ ਜਿਹੜੇ ਸਹਿਜਧਾਰੀ ਸਿੱਖ ਨੇ, ਹਿੰਦੂ ਭਰਾ ਨੇ, ਉੱਥੇ ਜਾ ਕੇ ਵਸ ਗਏ ਨੇ। ਜੀ ਤੇ ਇਹ ਫਿਰ 1979 ਤੋਂ ਬਾਅਦ ਫਿਰ 92 ਦੇ ਵਿਚਕਾਰ ਜਦੋਂ ਸਿਵਲ ਵਾਰ ਹੋ ਗਈ, ਗਲੀ ਗਲੀ 'ਚ ਲੜਾਈਆਂ ਸ਼ੁਰੂ ਹੋ ਗਈਆਂ ਤਾਂ ਉਸ ਵੇਲੇ ਵੀ ਅਹਿਸਾਸ ਹੀ ਹੋਇਆ ਕਿ ਹੁਣ ਇੱਥੇ ਰਹਿਣਾ ਮੁਸ਼ਕਲ ਹੈ। ਉਸ ਵੇਲੇ ਭਾਰਤ ਸਰਕਾਰ ਨੇ ਸਾਡੇ ਨਾਲ ਬੜੀ ਮਦਦ ਕੀਤੀ ਕਿ ਰਾਤੋਂ ਰਾਤ ਸਭ ਨੂੰ ਵੀਜ਼ਾ ਦਿੱਤਾ ਜੀ ਤੇ ਪਾਸਪੋਰਟ ਜਿਨ੍ਹਾਂ ਕੋਲ ਨਹੀਂ ਸੀ ਪਾਸਪੋਰਟ ਬਣਵਾ ਕੇ ਤੇ ਇਹ ਸਾਰਿਆਂ ਨੂੰ ਵੀਜ਼ਾ ਦੇ ਕੇ, ਕਿਉਂਕਿ ਜਿਹੜੇ ਹੋਰ ਅਫਗਾਨਿਸਤਾਨ ਵਿੱਚ ਅਫਗਾਨੀ ਲੋਕ ਨੇ ਉਹਨਾਂ ਵਾਸਤੇ ਰਸ਼ੀਆ ਵੀ ਖੁੱਲ੍ਹਾ ਸੀ, ਈਰਾਨ ਵੀ ਜਾ ਸਕਦੇ ਸਨ, ਪਾਕਿਸਤਾਨ ਵੀ ਜਾ ਸਕਦੇ ਸਨ। ਲੇਕਿਨ ਜਿਹੜੇ ਸਾਡੇ ਹਿੰਦੂ ਸਿੱਖ ਨੇ ਉਹਨਾਂ ਵਾਸਤੇ ਹੋਰ ਕੰਟਰੀ ਹੈ ਨਹੀਂ ਸੀ। ਤਾਂ ਇੱਥੇ ਸਾਡੀ ਭਾਰਤ ਸਰਕਾਰ ਨੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਵੀ ਇਹ ਮਦਦ ਕੀਤੀ ਹੈ ਕਿ ਜਿਹੜਾ ਵੀ ਉੱਥੋਂ ਛੱਡਣਾ ਚਾਹੇਗਾ ਉਹ ਇੰਡੀਆ ਆ ਕੇ ਤੇ ਇੰਡੀਆ ਦੇ ਥਰੂ ਫਿਰ ਦੂਸਰੇ ਸ਼ਹਿਰਾਂ ਵਿੱਚ ਜਾ ਕੇ ਵਸੇ ਨੇ। ਜੀ 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 ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜੀ ਅਸੀਂ ਗੱਲ ਸ਼ੁਰੂ ਕੀਤੀ ਸੀ, ਮੈਂ ਕਿਹਾ ਸੀਗਾ ਕਿ ਅਸੀਂ ਵੀ ਬਾਹਰਲੇ ਮੁਲਕਾਂ ਵਿੱਚ ਵਸੇ ਹਾਂ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਬੱਚੇ ਜਿਹੜੇ ਉਹ ਪੰਜਾਬੀ ਭਾਸ਼ਾ ਬੋਲਣ, ਉਹ ਉਸ ਕਲਚਰ ਨਾਲ ਜੁੜੇ ਰਹਿਣ, ਉਹ ਉਹਨਾਂ ਨੂੰ ਧਰਮ ਦੀ ਸਿੱਖਿਆ ਮਿਲੇ। ਪਰ ਤੁਹਾਡੀ ਜਿਹੜੀ ਅਫਗਾਨ ਦੀ ਸੁਸਾਇਟੀ ਹੈ ਉਹ ਇੱਕ ਸਕਸੈਸ ਸਟੋਰੀ ਹੈ, ਕਿਉਂਕਿ 200-300 ਸਾਲਾਂ ਵਿੱਚ ਜਿੱਥੇ ਉਹ ਰਹਿੰਦੇ ਨੇ ਉੱਥੇ ਦੀ ਜਿਹੜੀ ਲੋਕਲ ਲੈਂਗੁਏਜ ਉਹ ਪੰਜਾਬੀ ਨਹੀਂ ਹੈ, ਉਹ ਕਲਚਰ ਉਹ ਨਹੀਂ ਹੈ, ਫਿਰ ਵੀ ਤੁਸੀਂ ਉਹ ਲੈਂਗੁਏਜ ਮੇਨਟੇਨ ਰੱਖੀ ਹੈ, ਤੁਸੀਂ ਉਹ ਕਲਚਰ ਮੇਨਟੇਨ ਰੱਖਿਆ ਹੈ। ਜਿਹੜੇ ਬੱਚੇ ਨੇ ਉਹ ਸਿੱਖੀ ਨਾਲ, ਫਲਸਫੇ ਨਾਲ ਜੁੜੇ ਹੋਏ ਨੇ। ਇਹ ਕਿਵੇਂ ਪੋਸੀਬਲ ਹੋਇਆ, ਇਸ ਬਾਰੇ ਅਸੀਂ ਗੱਲ ਕਰਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਹਰਚਰਨ ਸਿੰਘ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਸ਼ੁਰੂ ਕੀਤੀ ਸੀ, ਇਹ ਵੇਖਿਆ ਅਸੀਂ ਅਫਗਾਨ ਸਿੱਖ ਜਿਹੜੇ ਹੈਗੇ ਜਿੱਥੇ ਵੀ ਹੈਗੇ, ਅਸੀਂ ਹੁਣ ਦਿੱਲੀ ਵਿੱਚ ਦੇਖਿਆ, ਇੱਥੇ ਦੇਖਿਆ, ਇੰਗਲੈਂਡ ਵਿੱਚ ਦੇਖਿਆ, ਯੂਰਪ ਵਿੱਚ ਦੇਖਿਆ, 200-300 ਸਾਲ ਤੋਂ ਉਹ
ਪੰਜਾਬ ਤੋਂ ਦੂਰ ਹੈਗੇ, ਫਿਰ ਵੀ ਉਹਨਾਂ ਨੂੰ ਪੰਜਾਬੀ ਭਾਸ਼ਾ ਆਉਂਦੀ ਹੈ, ਉਹ ਸਰੂਪ ਵਿੱਚ ਮੋਸਟਲੀ ਸਾਰਿਆਂ ਨੂੰ ਸਿੱਖੀ ਸਰੂਪ ਵਿੱਚ ਹੀ ਦੇਖਿਆ ਹੈ, ਸਿੱਖੀ ਦੀ ਸਮਝ ਰੱਖਦੇ ਹਨ, ਉਸ ਕਲਚਰ ਨਾਲ ਜੁੜੇ ਹੋਏ ਨੇ। ਇਹ ਚੀਜ਼ ਤੁਸੀਂ ਕਿਵੇਂ ਅਚੀਵ ਕੀਤੀ ਹੈ ਅਫਗਾਨਿਸਤਾਨ ਵਿੱਚ? ਇਸ ਤਰ੍ਹਾਂ ਕਿ ਸਾਡੇ ਜਿਹੜੇ ਬਜ਼ੁਰਗ ਸਨ ਨਾ, ਉਹਨਾਂ ਨੇ ਬੜਾ ਇੱਕ ਅੱਛਾ ਰਸਤਾ ਦਿਖਾਇਆ ਸੀ ਇਹ, ਕਿ ਜਿਹੜੇ ਵੀ ਬੱਚੇ ਅਸੀਂ ਨੀਂਦਰ ਵਿੱਚ ਉੱਠਦੇ ਵੀ ਸੀ ਨਾ, ਤੇ ਉਹ ਕਹਿੰਦੇ ਸੀ ਪਹਿਲੇ ਗੁਰਦੁਆਰੇ ਚੱਲੋ, ਗੁਰਦੁਆਰੇ ਮੱਥਾ ਟੇਕੋ, ਤੇ ਜਦੋਂ ਭੋਗ ਪਏਗਾ ਤੇ ਨਾਸ਼ਤਾ ਮਿਲੇਗਾ ਸਾਨੂੰ। ਅੱਛਾ ਜੀ। ਤੇ ਇਹਦੇ ਨਾਲ ਇਹ ਹਮੇਸ਼ਾ ਸਿੱਖੀ ਨਾਲ ਜੋੜੀ ਰੱਖਿਆ। ਹਾਲਾਂਕਿ ਅਸੀਂ ਮਕਤਬਾ, ਉੱਥੇ ਸਕੂਲ ਨੂੰ ਮਕਤਬ ਕਹਿੰਦੇ ਨੇ, ਜਿਹੜੀ ਸਰਕਾਰੀ ਜਿਹੜੀ ਸਕੂਲ ਹੈ ਨਾ ਉਹਨੂੰ ਮਕਤਬਾਂ 'ਚ ਪੜ੍ਹਦੇ ਸੀ, ਫਾਰਸੀ ਪੜ੍ਹਦੇ ਸੀ ਜਾਂ ਪਸ਼ਤੋ ਪੜ੍ਹਦੇ ਸੀ, ਪਰ ਗੁਰਦੁਆਰਿਆਂ ਵਿੱਚ ਹੀ ਅਸੀਂ ਸਕੂਲ ਖੋਲ੍ਹ ਰੱਖਿਆ ਸੀ, ਜਿੱਥੇ ਕਿ ਪੰਜਾਬੀ ਪੜ੍ਹਾਈ, ਗੁਰਮੁਖੀ ਪੜ੍ਹਾਈ ਜਾਂਦੀ ਸੀ, ਗੁਰੂ ਨਾਲ ਜੋੜਦੇ ਸਨ। ਔਰ ਇੱਕ ਵੱਡੀ ਗੱਲ ਹੈ ਕਿ ਕਾਬੁਲ ਵਿਚਕਾਰ ਜਿਹੜੇ ਗੁਰਦੁਆਰੇ ਸਨ ਨਾ, ਉੱਥੇ ਇੰਪਲਾਈ ਜਿਹੜੇ ਐਡ ਗ੍ਰੰਥੀ ਕਹਿ ਦਈਏ ਜਾਂ ਰਾਗੀ ਜਥਾ ਕਹਿ ਦਈਏ, ਕੋਈ ਇੰਪਲਾਈ ਨਹੀਂ ਆਉਂਦਾ ਸੀ। ਉਹ ਸੰਗਤ ਦੇ ਵਿੱਚੋਂ ਹੀ, ਰਾਗੀ ਜਥਾ ਵੀ ਸੰਗਤ ਦੇ ਵਿੱਚ ਹੁੰਦਾ ਸੀ, ਅਰਦਾਸੀਆ ਸੰਗਤ ਦੇ ਵਿੱਚ ਹੁੰਦਾ ਸੀ, ਕੜਾ ਪ੍ਰਸ਼ਾਦ ਜਿਹੜਾ ਵਰਦਾ ਸੀ ਸੰਗਤ ਦੇ ਵਿੱਚ। ਇਹ ਟ੍ਰੈਡੀਸ਼ਨ ਹਾਲੇ ਤੱਕ ਚੱਲਦੀ ਹੈ, ਇਹ ਹੁਣੇ ਤੱਕ ਚੱਲਦੀ ਆਈ। ਔਰ ਜਿਹੜੀ ਕਮੇਟੀ ਹੈ ਉੱਥੇ, ਫਰਜ਼ ਕਰੋ 21 ਜਣਿਆਂ ਦੀ ਕਮੇਟੀ ਹੈ, ਕਮੇਟੀ ਉਹੀ ਹੈ ਜਿਹੜਾ ਰਾਗੀ ਹੋਏਗਾ, ਕਮੇਟੀ ਉਹੀ ਹੈ ਜਿਹੜਾ ਅਰਦਾਸੀਆ ਹੋਏਗਾ, ਕਮੇਟੀ ਕੋਈ ਇੰਪਲਾਈ ਵਾਲਾ ਬਹੁਤ ਘੱਟ ਸੀ, ਸਿਰਫ 1-2 ਰੱਖਦੇ ਸੀ ਜਿਹੜੇ ਗੁਰਦੁਆਰੇ ਦੀ ਸੇਵਾ ਸੰਭਾਲ ਕਰਦੇ ਸਨ। ਤਾਂ ਇਹਦਾ ਵੀ ਅਸਰ ਇਹ ਹੈ ਕਿ ਜਦੋਂ ਬੱਚੇ ਨੂੰ ਤੁਸੀਂ ਜੋੜੋਗੇ ਗੁਰਬਾਣੀ ਨਾਲ, ਗੁਰਮੁਖੀ ਨਾਲ, ਤੇ ਉਹ ਜੁੜਿਆ ਰਹੇਗਾ। ਹੁਣ ਵੀ ਜਿੱਥੇ ਗਏ ਨੇ ਸਾਡੇ, ਭਾਵੇਂ ਲੰਡਨ ਗਏ ਨੇ, ਦਿੱਲੀ ਗਏ ਨੇ, ਉਹ ਸਭ ਤੋਂ ਪਹਿਲਾਂ ਬੱਚਿਆਂ ਨੂੰ ਘਰਾਂ ਦੇ ਵਿੱਚ ਪੰਜਾਬੀ ਬੋਲਣੀ, ਠੀਕ ਹੈ ਕਿ ਬਾਹਰ ਸਭ ਕੁਝ ਹੁੰਦਾ ਇੰਗਲਿਸ਼ ਬੋਲਦੇ ਨੇ, ਪਰ ਕੋਸ਼ਿਸ਼ ਹੀ ਹੁੰਦੀ ਕਿ ਬੱਚੇ ਜੋ ਹਨ ਉਹ ਪੰਜਾਬੀ ਨਾਲ ਜੁੜੇ ਰਹਿਣ, ਗੁਰਬਾਣੀ ਨਾਲ ਜੁੜੇ ਰਹਿਣ, ਔਰ ਇਹ ਬੜੀ ਅੱਛੀ ਗੱਲ ਹੈ। ਸਾਡੇ ਵਿੱਚ ਇੱਕ ਹੋਰ ਬਰਾਦਰੀ ਹੈ ਹੋਸਤੀ। ਹੋਸਤ ਵੀ ਇੱਕ ਇਲਾਕਾ ਹੈ ਅਫਗਾਨਿਸਤਾਨ ਦਾ, ਜਿਹੜਾ ਕਿ ਇੱਕ ਸੂਬਾ ਹੈ ਜਿਹੜਾ ਬਾਰਡਰ ਮਿਲਦਾ ਹੈ ਤੋਰਾ-ਬੋਰਾ ਦੀ ਜਿਹੜੀ ਪਹਾੜੀਆਂ ਨੇ ਉੱਥੇ ਹੀ ਨੇ। ਉੱਥੇ ਜਿਹੜੇ ਖੋਸਤੀ ਨੇ ਉਹ ਵੀ ਪੁਰਾਤਨ ਸਮੇਂ ਤੋਂ ਗੁਰਬਾਣੀ ਨਾਲ ਜੁੜੇ ਹੋਏ ਨੇ, ਗੁਰੂਆਂ ਨਾਲ ਜੁੜੇ ਹੋਏ ਨੇ, ਗੁਰੂ ਗੋਬਿੰਦ ਸਿੰਘ ਦੇ ਟਾਈਮ ਤੋਂ। ਲੇਕਿਨ ਉਹਨਾਂ ਦੀ ਭਾਸ਼ਾ ਜੋ ਹੈ ਨਾ, ਉਹ ਘਰਾਂ 'ਚ ਵੀ ਉਹ ਪਸ਼ਤੋ ਬੋਲਦੇ ਨੇ। ਅੱਛਾ ਜੀ। ਤਾਂ ਇਸ ਤੋਂ ਅਸੀਂ ਇਹ ਅੰਦਾਜ਼ਾ ਵੀ ਲਾ ਸਕਦੇ ਹਾਂ ਕਿ ਜਿਹੜੇ ਪਖਤੂਨ ਲੋਕ ਸੀ ਨਾ, ਉਹਨਾਂ ਨੇ ਵੀ ਸਿੱਖੀ ਅਡਾਪਟ ਕੀਤੀ ਹੈ। ਤੇ ਉਹਨਾਂ ਦੇ ਜਿਹੜਾ ਤੁਸੀਂ ਪਹਿਰਾਵਾ ਦੇਖੋਗੇ, ਉਹਨਾਂ ਦਾ ਜਿਹੜਾ ਕਲਚਰ ਦੇਖੋਗੇ, ਉਹ ਬਿਲਕੁਲ ਪਠਾਣਾ ਵਰਗਾ ਹੈ। ਅੱਛਾ ਜੀ। ਤੇ ਜੇ ਤੁਸੀਂ ਦੇਖੋਗੇ ਕੋਈ ਸਮਝ ਨਹੀਂ ਆਏਗੀ ਕਿ ਇਹ ਸਰਦਾਰ ਹੈ, ਜਦ ਤੱਕ ਆਪੇ ਨਹੀਂ ਕਰ, ਠੀਕ ਹੈ। ਉਹ ਕੇਸਾਧਾਰੀ ਨਹੀਂ ਸਨ। ਅੱਛਾ ਜੀ। ਹੁਣ ਪਿੱਛੋਂ ਥੋੜੇ ਕੇਸਾਧਾਰੀ ਬਣ ਗਏ ਨੇ, ਪਰ ਕੇਸਾਧਾਰੀ ਵੀ ਉਹਨਾਂ ਦੀ ਲੈਂਗੁਏਜ ਉਹੀ ਪਸ਼ਤੋ ਹੈ, ਪਸ਼ਤੋ ਵਿੱਚ ਬੋਲਦੇ ਨੇ, ਪਾਠ ਵੀ ਪਸ਼ਤੋ ਵਿੱਚ ਕਰਦੇ ਨੇ। ਉਹ ਪਾਠ ਕਰਦੇ ਨੇ ਏਕ ਓਂਕਾਰਾ ਸਤਨਾਮਾ ਕਰਤਾ ਪੁਰਖਾ। ਪੜ੍ਹਦੇ ਨੇ ਗੁਰਮੁਖੀ, ਪੜ੍ਹ ਲੈਂਦੇ ਨੇ ਗੁਰਮੁਖੀ, ਹੁਣ ਸਿੱਖੀ ਉਹਨਾਂ ਨੇ। ਅੱਛਾ ਜੀ। ਪਹਿਲੇ ਉਹ ਉਰਦੂ ਵਿੱਚ ਪੜ੍ਹਦੇ ਸਨ। ਅੱਛਾ ਜੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਹੈ ਨਾ, ਜਿਸ ਤਰ੍ਹਾਂ ਪੰਜਾਬੀ ਵਿੱਚ ਲਿਖਿਆ ਹੈ, ਇਹ ਉਰਦੂ ਵਿੱਚ ਵੀ ਲਿਖਿਆ ਹੈ। ਅੱਛਾ ਜੀ। ਤੇ ਉਹਦੇ 'ਚੋਂ ਪਾਠ ਕਰ ਲੈਂਦੇ ਸਨ। ਅੱਛਾ ਜੀ। ਤੇ ਹੁਣ ਵੀ ਜਿੱਥੇ ਵੀ ਗਏ ਨੇ ਉਹ ਸਾਡੇ ਖੋਸਤੀ ਬਰਾਦਰੀ, ਸਾਡੇ ਖੋਸਤੀ ਭਰਾ ਜਿਹੜੇ ਕਹਿ ਦਈਏ, ਉਹਨਾਂ ਨੇ, ਕਿਉਂਕਿ ਕਈ ਜਗ੍ਹਾ ਇਹ ਹੁੰਦਾ ਕਿ ਜੀ ਇਹ ਸਹਿਜਧਾਰੀ ਹੈ ਤੇ ਇਹਨੂੰ ਅਸੀਂ ਗੁਰਦੁਆਰੇ 'ਚ ਕੀਰਤਨ ਕਰਨ ਨਹੀਂ ਦੇਣਾ, ਫਿਰ ਇਸ ਤੋਂ ਗੱਲਾਂ ਥੋੜ੍ਹੀਆਂ ਚੜ੍ਹੀਆਂ ਸੀ। ਪਰ ਉਹਨਾਂ ਨੇ ਆਪਣਾ ਇੱਕ ਗੁਰਦੁਆਰੇ ਬਣਾਏ ਨੇ ਜਿੱਥੇ ਕਿ ਉਹਨਾਂ ਨੂੰ ਰੋਕ ਟੋਕ ਨਹੀਂ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਨੇ, ਕੀਰਤਨ ਵੀ ਕਰਦੇ ਨੇ, ਅਰਦਾਸ ਆਪ ਕਰਦੇ ਨੇ। ਤੇ ਇਹ ਵੀ ਇੱਕ ਬਰਾਦਰੀ ਹੈ ਜਿਹੜੀ ਕਿ ਨਿਰੋਲ ਬਰਾਦਰੀ ਕਹਿ ਦਈਏ, ਜਿਹੜੇ ਕਿ ਪੰਜਾਬੀ ਨਹੀਂ ਬੋਲ ਸਕਦੇ, ਪਰ ਗੁਰੂ ਨਾਲ ਪਿਆਰ ਹੈ, ਗੁਰਬਾਣੀ ਨਾਲ ਪਿਆਰ ਹੈ, ਹੁਣ ਤੱਕ ਇਹ ਚੱਲਦੇ ਆਏ ਹੋਏ ਨੇ। ਬੜਾ ਗੂੜਾ ਸੰਬੰਧ ਹੈ ਸਿੱਖੀ ਦਾ ਅਫਗਾਨਿਸਤਾਨ ਨਾਲ। ਜਿਹੜੀ ਗੱਲ ਸਾਨੂੰ ਹੁਣ ਸਤਾ ਰਹੀ ਹੈ, ਔਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਇਹ ਜਿਹੜੇ ਸਾਡੇ ਸਾਰੇ ਉੱਥੇ ਹਿਸਟੋਰੀਕਲ ਗੁਰਦੁਆਰੇ ਨੇ, ਇੰਨੀ ਜਿਹੜੀ ਹਿਸਟਰੀ ਉੱਥੇ ਸਾਡੀ ਜੁੜੀ ਹੋਈ ਹੈ ਉਸ ਜਗ੍ਹਾ ਦੇ ਨਾਲ, ਸਾਡੇ ਲੋਕੀ ਜੁੜੇ ਹੋਏ ਨੇ। ਹੁਣ ਕਾਫੀ ਪੋਪੂਲੇਸ਼ਨ ਅਫਗਾਨਿਸਤਾਨ ਨੂੰ ਛੱਡ ਆਈ ਹੈ, ਤੇ ਇਹ ਇਨ ਜਗ੍ਹਾ ਦੀ ਸੇਵਾ ਸੰਭਾਲ ਕਿਵੇਂ ਹੋ ਰਹੀ ਹੈ? ਦੇਖੋ, ਮੇਰਾ ਜਿਹੜਾ ਕਿਤਾਬ ਦਾ ਮਕਸਦ ਵੀ ਸੀ ਪੁਸਤਕ ਲਿਖਣ ਦਾ ਵੀ ਨਾ ਜੀ, ਤੇ ਇਹ ਹੀ ਸੀਗਾ ਕਿ ਉੱਥੋਂ ਸਾਰੇ ਲੋਕ ਚਲੇ ਗਏ ਨੇ ਜੀ। ਸਾਡੇ ਇਤਿਹਾਸਕ ਗੁਰਦੁਆਰੇ ਨੇ, ਸਾਡੀ ਇਤਿਹਾਸਕ ਜਗ੍ਹਾਵਾਂ ਨੇ, ਸਾਡਾ ਕਲਚਰ ਜੋ ਉੱਥੇ ਗਿਆ ਹੈ, ਤੇ ਮੈਂ ਇਹਨੂੰ ਕਲਮਬੰਦ ਕਰਕੇ ਸਾਰੀ ਸੰਗਤਾਂ ਦੇ ਵਿੱਚ ਰੱਖ ਦੇਵਾਂ, ਜੋ ਆਇੰਦਾ ਜਿਹੜੀ ਸਾਡੀ ਨਸਲ ਹੈ, ਬੱਚੇ ਨੇ, ਉਹ ਇਹਦੇ ਤੋਂ ਕੁਝ ਫਾਇਦਾ ਉਠਾ ਸਕਣ ਜੀ। ਤੇ ਉੱਥੇ ਜਿਹੜੇ ਗੁਰਦੁਆਰੇ ਨੇ, ਤਕਰੀਬਨ ਪੁਰਾਣੇ ਜਿਹੜੇ ਇਤਿਹਾਸਕ ਗੁਰਦੁਆਰੇ ਜਾਂ ਗੈਰ ਇਤਿਹਾਸਕ ਵੀ ਕਹਿ ਸਕਦੇ ਹਾਂ, 53 ਗੁਰਦੁਆਰੇ ਨੇ ਸਾਰੇ ਅਫਗਾਨਿਸਤਾਨ ਵਿੱਚ, ਜਿਹਦੇ ਤਕਰੀਬਨ 11 ਗੁਰਦੁਆਰੇ ਕਾਬੁਲ ਵਿੱਚ ਨੇ, ਜਿਹਦੇ ਕਿ 6-7 ਇਤਿਹਾਸਕ ਗੁਰਦੁਆਰੇ ਨੇ। ਤੇ ਉੱਥੋਂ ਦੀ ਗੌਰਮੈਂਟ ਵੀ ਇਹੀ ਚਾਹੁੰਦੀ ਹੈ, ਜਿਹੜੀ ਅੱਜ ਤੋਂ
3 ਸਾਲ 4 ਸਾਲ ਪਹਿਲੇ ਜੀ। ਉਹਨਾਂ ਨੇ ਸਗੋਂ ਪੈਸਾ ਵੀ ਦਿੱਤਾ ਕਿ ਤੁਸੀਂ ਆਪਣੇ ਗੁਰਦੁਆਰੇ ਜਿਹੜੇ ਨਿਊਕਰਨ ਕਰ ਲਓ ਜੀ। ਤੇ ਸਾਡਾ ਵੀ ਫਰਜ਼ ਬਣਦਾ ਹੁਣ ਜਿੱਥੇ ਵੀ ਸਿੱਖ ਦੁਨੀਆ ਦੇ ਸਿੱਖਾਂ ਨੂੰ ਇੱਕ ਮੇਰੀ ਅਪੀਲ ਹੈ ਕਿ ਮਤਲਬ ਕਿ ਜਿਹੜਾ ਇਤਿਹਾਸਕ ਜਗ੍ਹਾਵਾਂ ਨੇ ਸਾਡੀਆਂ ਜੀ। ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ, ਗੁਰੂ ਹਰਗੋਬਿੰਦ ਸਾਹਿਬ ਦੀ ਜਗ੍ਹਾ, ਗੁਰੂ ਗੋਬਿੰਦ ਸਿੰਘ ਦੀਆਂ ਜਿਹੜੀਆਂ ਉੱਥੇ ਜਗ੍ਹਾਵਾਂ ਬਣੀਆਂ ਨੇ, ਇਤਿਹਾਸਕ ਗੁਰਦੁਆਰੇ ਬਣੇ ਨੇ, ਕੋਟਾ ਸਾਹਿਬ, ਤੇ ਉਹਦੀ ਸੰਭਾਲ ਕਿਸ ਤਰ੍ਹਾਂ ਕੀਤੀ ਜਾਵੇ ਇਹ ਇੱਕ ਵਿਚਾਰਨ ਵਿਸ਼ਾ ਹੈ। ਤੇ ਪਿੱਛੇ ਜਗੀਰ ਕੌਰ ਉਹਨਾਂ ਨੇ ਵੀ ਕੀਤਾ ਸੀ ਜਿਹੜੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਉਹਨਾਂ ਦੀ ਦੇਖਭਾਲ ਕਰੇਗੀ, ਪਰ ਅਜੇ ਤੱਕ ਉਹ ਕਿੱਥੋਂ ਤੱਕ ਪਹੁੰਚੇ ਇਹਦਾ ਅਸੀਂ ਕਹਿ ਨਹੀਂ ਸਕਦੇ। ਪਰ ਇਹ ਸਾਰੇ ਸਿੱਖਾਂ ਦਾ ਫਰਜ਼ ਬਣਦਾ ਔਰ ਅਫਗਾਨੀ ਖਾਸ ਕਰਕੇ ਜਿਹੜੇ ਅਫਗਾਨੀ ਸਿੱਖ ਨੇ ਬਾਹਰ ਵਸੇ ਹੋਏ ਨੇ ਤੇ ਉਹਨਾਂ ਦਾ ਵੀ ਸਭ ਤੋਂ ਵੱਧ ਜਿਹੜਾ ਫਰਜ਼ ਹੈ ਉਹ ਇਹ ਬਣਦਾ ਕਿ ਆਪਣਾ ਜਿਹੜਾ ਸੱਭਿਆਚਾਰਕ ਨੇ, ਆਪਣਾ ਕਲਚਰ ਤੇ ਆਪਣੇ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹਦੀ ਸੇਵਾ ਸੰਭਾਲ ਕੀਤੀ ਜਾ ਸਕੇ। ਤੇ ਇਨ ਗੁਰਦੁਆਰਿਆਂ ਵਿੱਚ ਇਸ ਵੇਲੇ ਪ੍ਰਕਾਸ਼ ਹੋ ਰਿਹਾ ਹੈ? ਸਾਰੇ ਗੁਰਦੁਆਰਿਆਂ 'ਚ ਨਹੀਂ ਹੋ ਰਿਹਾ ਪਰ ਜਿੱਥੇ ਕਿ ਸਿੱਖਾਂ ਦੇ ਘਰ ਨੇੜੇ ਨੇ ਤੇ ਉੱਥੇ ਪ੍ਰਕਾਸ਼ ਹੁੰਦੇ ਨੇ। 3 ਸਾਲ ਪਹਿਲੇ ਤਾਂ ਹੁੰਦੇ ਸੀ, 2 ਸਾਲ ਪਹਿਲੇ ਵੀ ਜਿਹੜੇ ਵੀ ਇਤਿਹਾਸਕ ਗੁਰਦੁਆਰੇ ਨੇ ਉੱਥੇ ਪ੍ਰਕਾਸ਼ ਹੁੰਦੇ ਸੀ। ਜਦੋਂ ਹੀ ਹੋਣੇ ਤਾਲਿਬ ਆਏ ਨੇ ਤੇ ਉਸ ਤੋਂ ਬਾਅਦ ਹੋਰ ਗੁਰਦੁਆਰੇ ਇਹਨਾਂ ਨੇ ਬੰਦ ਕਰਕੇ ਜਿਹੜੇ ਬਾਬਾ ਜੀ ਸਾਹਿਬ ਜੀ ਦੀ ਬੀੜਾ ਸਨ ਉਹ ਕੁਛ ਇੰਡੀਆ ਪਹੁੰਚਾ ਦਿੱਤੀਆਂ ਨੇ ਕਿ ਕਿਧਰੇ ਨਰਾਦਰੀ ਨਾ ਹੋਏ ਤੇ ਬਾਕੀ ਜਿਹੜੇ ਨੇ ਉੱਥੇ ਪ੍ਰਕਾਸ਼ ਹੁੰਦੇ ਨੇ। ਸੰਗਤ ਜਾਂਦੀ ਹੈ, ਸਵੇਰੇ ਵੀ ਜੁੜਦੀ ਹੈ, ਸ਼ਾਮ ਵੀ ਜੁੜਦੀ ਹੈ। ਜਿੰਨੇ ਵੀ ਉੱਥੇ ਪਾਪੂਲੇਸ਼ਨ ਰਹਿੰਦੀ ਹੈ ਉਹ ਗੁਰੂ ਘਰ ਨਾਲ ਜੁੜੇ ਹੋਏ ਨੇ ਹੁਣ ਤੱਕ ਵੀ। ਜੀ। ਕਿੰਨੀ ਸਪੋਰਟ ਰਹੀ ਹੈ ਜਿਹੜੀ ਸਿੱਖ ਕਮਿਊਨਿਟੀ ਹੈ ਵਰਲਡ ਓਵਰ, ਸਾਰੀ ਦੁਨੀਆ ਵਿੱਚ ਅੱਜ ਦੀ ਡੇਟ ਵਿੱਚ ਸਿੱਖ ਫੈਲੇ ਹੋਏ ਨੇ, ਇਹ ਜਿਹੜੇ ਖਾਸ ਕਰਕੇ ਰੀਸੈਂਟਲੀ ਜੋ ਅਫਗਾਨਿਸਤਾਨ ਦੇ ਸਿੱਖਾਂ ਨਾਲ ਹੋਇਆ ਔਰ ਉਹਨੂੰ ਉੱਥੇ ਛੱਡਣਾ ਪਿਆ, ਕਿੰਨੀ ਕੁਝ ਸਪੋਰਟ ਸਾਹਮਣੇ ਆਉਂਦੀ ਹੈ ਸਿੱਖ ਕਮਿਊਨਿਟੀ ਦੀ? ਦੇਖੋ, ਸਿੱਖ ਕਮਿਊਨਿਟੀ ਨੇ ਖਾਸ ਕਰਕੇ ਪੋਲਰ ਫਾਊਂਡੇਸ਼ਨ ਜਿਨ੍ਹਾਂ ਨੇ ਕੈਨੇਡਾ ਤੋਂ ਜੀ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਕਿ ਤਕਰੀਬਨ 70-72 ਫੈਮਿਲੀ ਉਹ ਜਿਹੜੀ ਕਿ ਅਫਗਾਨਿਸਤਾਨ ਦੇ ਸੂਬਿਆਂ ਵਿੱਚ ਰਹਿੰਦੀ ਸੀ ਉਹਨਾਂ ਨੂੰ ਮੰਗਵਾਵੇ। ਉਹਦੇ 'ਚੋਂ ਮੇਰੇ ਖਿਆਲ 36 ਪਰਿਵਾਰ ਆਏ ਹੋਏ ਨੇ, ਕੈਨੇਡਾ 'ਚ ਫਸੇ ਹੋਏ ਨੇ ਜੀ ਤੇ ਕਈ ਹੋਰਾਂ ਨੇ ਵੀ ਇਸ ਤਰ੍ਹਾਂ ਕੀਤੀ ਹੋਈ ਹੈ। ਲੇਕਿਨ ਕੁਝ ਸੰਸਥਾਵਾਂ ਨੇ ਕਿ ਉਹ ਅਫਗਾਨੀ ਸਿੱਖਾਂ ਦੇ ਨਾਂ 'ਤੇ ਪੈਸਾ ਤਾਂ ਇਕੱਠਾ ਕਰ ਲਏ ਨੇ ਜੀ। ਜਿਸ ਤਰ੍ਹਾਂ ਮੇਰੇ ਸੁਣਨ ਵਿੱਚ ਆਇਆ ਕਿ $3 ਲੱਖ $4 ਲੱਖ ਇਕੱਠਾ ਕੀਤਾ ਪਰ ਉਹਨਾਂ ਨੂੰ ਪਹੁੰਚ ਹੈ ਨਹੀਂ। ਇਸ ਕਰਕੇ ਅਸੀਂ ਇਹ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਸਖਤੀ ਵੀ ਵਰਤੀ ਹੈ ਕਿ ਬਈ ਤੁਸੀਂ ਸਿੱਖਾਂ ਦੇ ਨਾਂ 'ਤੇ ਅਫਗਾਨੀ ਸਿੱਖਾਂ ਨੂੰ ਯੂਜ਼ ਕਰਕੇ ਤੁਸੀਂ ਪੈਸਾ ਇਕੱਠਾ ਕਰ ਰਹੇ ਹੋ, ਇਹ ਕੋਈ ਅੱਛੀ ਗੱਲ ਨਹੀਂ ਹੈ। ਔਰ ਜਿਹੜਾ ਵੀ ਸਭ ਤੋਂ ਜਿਹੜੀ ਮੇਨ ਗੱਲ ਹੈ, ਜੇ ਉੱਥੋਂ ਦੇ ਗੁਰਦੁਆਰੇ ਨੇ, ਕਿਉਂਕਿ ਅਫਗਾਨਿਸਤਾਨ ਜੇ 80,000 ਜਾਂ 90,000 ਹੁਣ ਤੱਕ ਸੰਗਤ ਬਾਹਰ ਆਈ ਹੋਈ ਹੈ, ਉਹ ਆਪਣੇ ਬਲਬੂਤੇ ਤੇ ਬਾਹਰ ਜਿੱਥੇ ਵੀ ਗਏ ਨੇ ਸੈਟਲ ਹੋਏ ਨੇ, ਕਿਸੇ ਕੋਲੋਂ ਮੰਗ ਕੇ ਨਹੀਂ ਕੀਤਾ। ਔਰ ਇੱਕ ਤਰ੍ਹਾਂ ਨੰਗ ਸਮਝਦੇ ਸੀ ਕਿ ਅਸੀਂ ਬਾਹਰੋਂ ਕਿਸ ਤਰ੍ਹਾਂ ਮੰਗੀਏ, ਕਿਉਂਕਿ ਆਪ ਹੀ ਸਾਰੇ ਸੈਟਲ ਨੇ। ਅੱਜ ਵੀ ਤੁਸੀਂ ਲੰਡਨ ਜਾਓ, ਆਪ ਵੀ ਸੈਟਲ ਨੇ, ਹੋਰਾਂ ਨੇ ਵੀ ਸੈਟਲ ਕਰ ਰਹੇ ਨੇ ਜੀ। ਦੁਬਈ ਦੇ ਸਿੱਖ ਸਾਡੇ ਜਿਹੜੇ ਅਫਗਾਨੀ ਸਿੱਖ ਨੇ ਉਹਨਾਂ ਨੇ ਵੀ ਦੂਸਰਿਆਂ ਨੂੰ ਇਮਦਾਦ ਤੇ ਮਦਦ ਕਰ ਰਹੇ ਨੇ। ਲੇਕਿਨ ਕੁਝ ਲੋਕ ਨੇ ਜਿਹੜੇ ਕਿ ਅਫਗਾਨੀ ਸਿੱਖਾਂ ਦੇ ਨਾਂ 'ਤੇ ਜਿਹੜਾ ਇਹ ਕੁਝ ਕਰ ਰਹੇ ਨੇ ਤੇ ਉਹ ਜ਼ਰਾ ਵਧੀਆ ਤਰੀਕਾ ਨਹੀਂ ਹੈ। ਤੇ ਗੁਰਦੁਆਰਿਆਂ ਦੀ ਦੇਖਭਾਲ ਜਿਹੜੀ ਹੈ ਉਹ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਕੀਤੀ ਜਾਏ। ਨਹੀਂ, ਅਬਿਊਜ਼ ਵੀ ਅਸੀਂ ਹਮੇਸ਼ਾ ਵੇਖਦੇ ਹਾਂ, ਮਗਰ ਜਿਵੇਂ ਤੁਸੀਂ ਕਿਹਾ ਕਿ ਕਈ ਐਸੇ ਆਪਣੇ ਕਮਿਊਨਿਟੀ ਦੇ ਬੰਦੇ, ਸੋਪਤੀ ਫਾਊਂਡੇਸ਼ਨ ਹੈ, ਜੇ ਕਈ ਲੋਕ ਸਾਹਮਣੇ ਆ ਕੇ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ। ਸਰਕਾਰਾਂ ਦੀ ਵੀ ਹੈਲਪ ਰਹੀ ਹੈ? ਸਰਕਾਰ ਦੀ ਪਿੱਛੇ ਜਿਹੜੇ ਕਿ ਕੁਝ ਇੰਡੀਆ 'ਚ ਆ ਗਏ ਸਨ ਜੀ, ਜਿਹੜੇ ਕਿ ਮਾਰਚ ਦੇ ਜਿਨ੍ਹਾਂ ਦੇ ਸ਼ਹੀਦ ਹੋਏ ਸਨ ਕੁਝ, ਉਹਨਾਂ ਦੇ ਪਰਿਵਾਰਾਂ ਨਾਲ ਉਹਨਾਂ ਨੇ ਹੈਲਪ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਵੀ ਕੁਝ ਕੀਤਾ ਹੈ, ਦਿੱਲੀ ਕਮੇਟੀ ਨੇ ਵੀ ਉਹਨਾਂ ਨਾਲ ਥੋੜ੍ਹੀ ਬਹੁਤੀ ਹੈਲਪ ਕੀਤੀ ਹੈ। ਔਰ ਭਾਰਤ ਦੀ ਸਰਕਾਰ ਜੋ ਹੈ ਉਹ ਮਾਲੀ ਤੌਰ 'ਤੇ ਤਾਂ ਨਹੀਂ, ਪਰ ਇਹ ਹੈ ਕਿ ਉੱਥੇ ਲੋਕ ਰਹਿੰਦੇ ਨੇ ਉਹਨਾਂ ਨੂੰ ਵੀਜ਼ਾ ਵਗੈਰਾ ਜੋ ਵੀ ਹੈ ਸਿਟੀਜ਼ਨਸ਼ਿਪ ਦੇ ਰਹੇ ਨੇ। ਇਹ ਵੀ ਇੱਕ ਮਦਦ ਤੇ ਅਫਗਾਨੀ ਸਿੱਖਾਂ ਨਾਲ ਜੋ ਕਰ ਰਹੇ ਨੇ। ਜੀ। ਅਸੀਂ ਵੇਖਿਆ ਕਿੰਨਾ ਗੂੜਾ ਸੰਬੰਧ ਹੈਗਾ ਸਿੱਖਾਂ ਦਾ ਅਫਗਾਨਿਸਤਾਨ ਨਾਲ। ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਹੀ ਸ਼ੁਰੂ ਹੁੰਦਾ ਹੈ, ਚੱਲਦਾ ਰਿਹਾ। ਔਰ ਅਫਗਾਨ ਦੀ ਜਿਹੜੀ ਸਿੱਖ ਪੋਪੂਲੇਸ਼ਨ ਹੈ ਉਹਨਾਂ ਨੇ ਉੱਥੇ ਜੇ ਸਿੱਖੀ ਦਾ ਜਿਹੜਾ ਬੀਜ ਹੈ ਉਸ ਨੂੰ ਉੱਥੇ ਕਾਇਮ ਰੱਖਿਆ ਹੈ। ਉਹਨਾਂ ਦੇ ਵਿੱਚ ਸਿੱਖੀ ਵਸਦੀ ਹੈ, ਉਹਨਾਂ ਨੇ ਕਲਚਰ ਜ਼ਿੰਦਾ ਰੱਖਿਆ ਹੈ। ਹਰਚਰਨ ਸਿੰਘ ਜੀ ਨੇ ਇੱਕ ਬੜੀ ਸੇਵਾ ਕੀਤੀ ਹੈ ਕਮਿਊਨਿਟੀ ਦੀ। ਇਹ ਕਿਤਾਬ ਅਫਗਾਨ ਸਿੱਖ ਅਤੇ ਅਫਗਾਨਿਸਤਾਨ, ਇਹ ਸਾਰੀ ਜਿਹੜੀ ਹਿਸਟਰੀ ਹੈ, ਉੱਥੇ ਦਾ ਜਿਹੜਾ ਕਲਚਰ ਹੈ ਉਸ ਨੂੰ ਡਾਕੂਮੈਂਟ ਕੀਤਾ ਹੈ। ਅਸੀਂ ਤੁਹਾਨੂੰ ਇਨਕਰੇਜ ਕਰਦੇ ਹਾਂ ਇਸ ਕਿਤਾਬ ਨੂੰ ਜ਼ਰੂਰ ਜਿੱਥੇ
ਜਿੱਥੇ ਤੁਹਾਨੂੰ ਮਿਲਦੀ ਹੈ ਇਸ ਕਿਤਾਬ ਨੂੰ ਲੈ ਕੇ ਆਓ, ਪੜ੍ਹੋ। ਇਹ ਹਿਕਸਵਿਲ ਗੁਰੂ ਘਰ 'ਚ ਮਿਲਦੀ ਹੈ, Amazon ਉੱਪਰ ਇਹ ਕਿਤਾਬ ਅਵੇਲੇਬਲ ਹੈਗੀ ਹੈ ਐਂਡ ਲੰਡਨ ਵਿੱਚ ਵੀ ਇਹ ਕਿਤਾਬ ਅਵੇਲੇਬਲ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦਾ ਇੰਗਲਿਸ਼ ਟ੍ਰਾਂਸਲੇਸ਼ਨ ਵੀ ਆ ਰਿਹਾ ਹੈ ਔਰ ਹੋਰ ਵਾਈਡਲੀ ਇਹ ਕਿਤਾਬ ਜਿਹੜੀ ਹੈ ਅਵੇਲੇਬਲ ਕਰਾਈ ਜਾਏਗੀ। ਹਰਚਰਨ ਸਿੰਘ ਜੀ, ਸਾਡੇ ਨਾਲ ਅੱਜ ਗੱਲ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਤੁਹਾਡੇ ਰਾਹੀਂ ਸਾਰੀ ਕਮਿਊਨਿਟੀ ਨੂੰ ਅਪੀਲ ਕਰਦੇ ਹਾਂ ਕਿ ਅਫਗਾਨਿਸਤਾਨ ਵਿੱਚ ਜੋ ਗੁਰੂ ਘਰ ਹਨ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਜਿੰਨਾ ਉਹ ਵੱਧ ਤੋਂ ਵੱਧ ਸਪੋਰਟ ਹੈ ਔਰ ਜਿਹੜੇ ਲੋਕ ਉੱਥੋਂ ਡਿਸਪਲੇਸ ਹੋਏ ਨੇ ਉਹਨਾਂ ਦੀ ਹੈਲਪ ਵਾਸਤੇ ਜਿੰਨਾ ਕੁਛ ਉਹ ਕਰ ਸਕਣ ਉਹਨਾਂ ਘੱਟ ਹੈਗਾ। ਧੰਨਵਾਦ ਹਰਜੋਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਮੈਂ ਦੁਬਾਰਾ ਕਰਦਾ ਹਾਂ ਜਿਨ੍ਹਾਂ ਨੇ ਕਿ ਅੱਜ ਮੈਨੂੰ ਇੱਥੇ ਬੁਲਾ ਕੇ ਅਫਗਾਨਿਸਤਾਨ ਦੇ ਉੱਤੇ, ਭਾਵੇਂ ਇਹ ਟਾਈਮ ਤਾਂ ਬੜਾ ਥੋੜ੍ਹਾ ਹੈ ਕਿਉਂਕਿ ਅਫਗਾਨਿਸਤਾਨ ਦੀ ਹਿਸਟਰੀ ਜੋ 500 ਸਾਲ ਜਾਂ 1000 ਸਾਲ ਦੀ ਹਿਸਟਰੀ ਹੈ ਉਦੋਂ ਤੇ 1 ਘੰਟਾ ਬੋਲਣਾ ਬਹੁਤ ਥੋੜ੍ਹਾ ਹੁੰਦਾ ਹੈ, ਪਰ ਫਿਰ ਵੀ ਕਦੀ ਟਾਈਮ ਦੇਵਾਂਗੇ ਤੁਹਾਨੂੰ ਜੋ ਕੁਝ ਗੱਲਾਂ ਰਹਿ ਗਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਪ ਜੀ ਦਾ ਬਹੁਤ ਧੰਨਵਾਦ। ਅੱਜ ਗੱਲ ਕਰਨ ਦਾ ਬਹੁਤ ਬਹੁਤ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸਾਡਾ ਸ਼ੋਅ, ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ।